ਸਭ ਤੋਂ ਜ਼ਿਆਦਾ ਅਮੀਰ ਮੁਲਕ ਦੁਨੀਆ ਦੇ ਵਿੱਚ ਇਸ ਵੇਲੇ US ਹੈਗਾ। ਸਭ ਤੋਂ ਜ਼ਿਆਦਾ ਕੈਪੀਟਲਿਸਟ ਸੁਸਾਇਟੀ ਉਹ ਹੈਗੀ ਆ। ਸਭ ਤੋਂ ਜ਼ਿਆਦਾ ਕੇਸ ਵੀ ਉੱਥੇ ਹੋ ਰਹੇ ਆ। ਉਹਦੀ ਤਾਂ ਆਪਾਂ ਬਰਾਬਰੀ ਨਹੀਂ ਕਰ ਸਕਦੇ ਹੈਗੇ। ਸਭ ਤੋਂ ਜ਼ਿਆਦਾ ਪਾਵਰਫੁਲ ਨੇਸ਼ਨ ਹੈ, ਉਹ ਨਹੀਂ ਰੋਕ ਸਕੇ ਇਸ ਚੀਜ਼ ਨੂੰ ਜੀ। ਮੁਲਕ ਉਹੀ ਬੈਟਰ ਰਹੇ ਹੈਗੇ ਆ ਜਾਂ ਸੁਸਾਇਟੀ ਉਹ ਬੈਟਰ ਰਹੀ ਹੈਗੀ ਆ ਜਿਹਨੇ ਇੱਕ ਦੂਜੇ ਦਾ ਸਾਥ ਦਿੱਤਾ, ਇੱਕ ਦੂਜੇ ਦਾ ਪ੍ਰੋਟੈਕਸ਼ਨ ਕੀਤੀ। ਤੁਹਾਨੂੰ ਕੀ ਲੱਗਦਾ ਹਰੀਸ਼ ਸਿੰਘ ਜੀ, ਇਹ ਗੱਲ ਠੀਕ ਹੈ ਵੀ ਇਹਨੇ ਕੋਵਿਡ ਨੇ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ ਜਾਂ ਵੱਖਰਾ ਵੱਖਰਾ ਕੀਤਾ ਜੀ? ਭਾਜੀ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ। ਸੋ ਜਿਵੇਂ ਪਹਿਲਾਂ ਕੀ ਸੀਗਾ ਵੀ ਜੇ ਕਿਸੇ ਕੋਲੇ ਪੈਸੇ ਹੈਗੇ ਆ ਨਹੀਂ ਹੈਗੇ, ਘੁੰਮਣ ਫਿਰਨ ਦੀ ਇੱਕ ਸਹੂਲਤ ਸੀਗੀ। 1% ਦੀ ਗੱਲ ਕਰ ਲੈਣੇ, ਦਿਲ 'ਚ ਕੀਤਾ ਇੰਡੀਆ ਚਲੇ ਗਏ, ਦਿਲ ਕੀਤਾ ਆਸਟ੍ਰੇਲੀਆ ਚਲੇ ਗਏ, ਦਿਲ ਕੀਤਾ ਮੈਕਸੀਕੋ ਚਲੇ ਗਏ। ਜੇ ਤੁਸੀਂ ਹੁਣ ਮਾਰਚ ਤੋਂ ਬਾਅਦ ਹੁਣ ਤਾਂ ਹੀ ਦੇਖੋਗੇ ਕੋਈ ਕਿਤੇ ਨਹੀਂ ਜਾ ਰਿਹਾ। ਜਿਹੜੇ ਹੁਣ ਸਾਡੇ ਵੀਰ ਭੈਣ ਬਾਹਰ ਜੈਨੀਟੋਰੀਅਲ ਕੰਮ ਕਰਦੇ ਆ ਜਾਂ ਗਰੋਸਰੀ ਸਟੋਰ 'ਚ ਕੰਮ ਕਰਦੇ ਆ, ਸਭ ਤੋਂ ਵੱਡੀ ਰਿਸਕ ਉਹਨਾਂ ਨੂੰ ਹੈਗੀ ਆ। ਸਭ ਤੋਂ ਜ਼ਿਆਦਾ ਰਿਸਕ ਉਹ ਲੈ ਰਹੇ ਆ। ਸਭ ਤੋਂ ਘੱਟ ਰਿਸਪੈਕਟ ਆਪਾਂ ਉਹਨਾਂ ਨੂੰ ਦੇ ਰਹੇ ਹਾਂ। ਹਾਲਾਂਕਿ ਜੇ ਉਹ ਨਾ ਕੰਮ 'ਤੇ ਜਾਂਦੇ ਤਾਂ ਆਪਾਂ ਨੂੰ ਦਿਸਦਾ ਸੀਗਾ ਮਾਰਚ ਅਪ੍ਰੈਲ ਦੇ ਵਿੱਚ ਕਿ ਆਪਣੀ ਸੁਸਾਇਟੀ ਸਟਾਪ ਹੋ ਜਾਣੀ ਸੀਗੀ, ਕੋਈ ਕਿਸੇ ਨੂੰ ਖਾਣਾ ਨਹੀਂ ਸੀ ਮਿਲਣਾ ਹੈਗਾ। ਅਫਕੋਰਸ ਜਦੋਂ ਇੱਕਦਮ ਇਹ ਹਿੱਟ ਕੀਤਾ ਸੀਗਾ, ਉਦੋਂ ਜੇ ਤੁਸੀਂ ਨੋਟ ਕਰੋਗੇ ਗਰੋਸਰੀ ਸਟੋਰਾਂ ਨੇ ਵੀ ਜਿਹੜੀ ਗਰੋਸਰੀ ਸੀ ਉਹਦੀ ਪ੍ਰਾਈਸ ਵਧਾ ਦਿੱਤੀ। ਹਾਲਾਂਕਿ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਕਈ ਲੋਕੀ ਘਰੇ ਬਹਿ ਗਏ ਨੇ। ਸੋ ਜੇ ਕੋਈ ਬੰਦਾ 3500 ਜਾਂ 4000 ਦਾ ਕੰਮ ਕਰਦਾ ਸੀ, ਉਹਨੂੰ ਸਿਰਫ $2000 ਹੀ ਆਉਣਾ ਸੀ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਇਕੱਠੇ ਹੋਏ ਹਾਂ। ਕੋਵਿਡ-19 ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਇਹਦੀ ਵੈਕਸੀਨ ਕਦੋਂ ਆਉਣੀ ਹੈ, ਇਹਨੇ ਕਦੋਂ ਠੀਕ ਠਾਕ ਹੋਣਾ, ਸਾਰਾ ਕੁਝ ਕਦੋਂ ਠੀਕ ਠਾਕ ਹੋਣਾ, ਇਹਦਾ ਇਕਨੋਮਿਕ ਆਸਪੈਕਟ ਕੀ ਆ, ਕਿੱਥੇ ਤੱਕ ਇਹਦਾ ਜਿਹੜਾ ਨੁਕਸਾਨ ਹੋਰ ਕਰੂਗਾ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ। ਅੱਜ ਅਸੀਂ ਜਿਹੜੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਬਹੁਤ ਮਹੱਤਵਪੂਰਨ ਆ ਕਿ ਸਮਾਜ ਦੇ ਵੱਖ-ਵੱਖ ਵਰਗ ਨੇ। ਕੋਈ ਅਮੀਰ ਆ, ਕੋਈ ਗਰੀਬ ਆ, ਕੋਈ ਪੜ੍ਹਿਆ ਲਿਖਿਆ ਆ, ਕੋਈ ਨਹੀਂ ਪੜ੍ਹਿਆ ਲਿਖਿਆ, ਕੋਈ ਸਿਆਣਾ ਆ, ਕੋਈ ਬਹੁਤਾ ਨਹੀਂ ਸਿਆਣਾ। ਕੀ ਕੋਵਿਡ-19 ਦੀ ਇਸ ਪੈਂਡੈਮਿਕ ਦੇ ਵਿੱਚ ਇਹਨਾਂ ਡਿਫਰੈਂਟ ਜਿਹੜੇ ਸਾਡੀਆਂ ਕੈਟਾਗਰੀਜ਼ ਨੇ, ਇਹਨਾਂ ਦੇ ਉੱਤੇ ਕੋਵਿਡ ਨੇ ਵੱਖਰਾ ਵੱਖਰਾ ਅਸਰ ਕੀਤਾ ਜਾਂ ਇਹਨਾਂ ਸਾਰਿਆਂ ਨੂੰ ਇੱਕੋ ਤਰੀਕੇ ਦੇ ਨਾਲ ਦੇਖਿਆ? ਕੀ ਅਮੀਰ ਗਰੀਬ ਇਹਨੇ ਇੱਕੋ ਜਿਹੇ ਕਰ ਦਿੱਤੇ ਸਾਰੇ, ਜਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਸੀਗਾ? ਇਹ ਇੱਕ ਬਹੁਤ ਮਹੱਤਵਪੂਰਨ ਜਿਹੜਾ ਵਿਸ਼ਾ ਆ, ਜਿਹੜਾ ਬਹੁਤ ਘੱਟ ਛੋਹਿਆ ਗਿਆ, ਇਹਦੇ ਉੱਤੇ ਗੱਲ ਨਹੀਂ ਹੋਈ। ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ। ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ 'ਤੇ ਅਸੀਂ ਸੱਦਾ ਦਿੱਤਾ ਡਾਕਟਰ ਬਲਦੇਵ ਸੰਘੇੜਾ ਤੇ ਹਰਦੀਪ ਸਿੰਘ ਸਹੋਤਾ ਹੋਰਾਂ ਨੂੰ। ਬਿਲਕੁਲ। ਹੁਣ ਆਪਾਂ ਆਪਣੇ ਕੈਨੇਡਾ ਦੇ ਵਿੱਚ ਹੀ ਐਗਜ਼ਾਮਪਲ ਦੇਖ ਲਈਏ। ਪ੍ਰਾਈਮ ਮਿਨਿਸਟਰ ਦੀ ਵਾਈਫ ਨੂੰ ਕੋਵਿਡ ਹੋ ਗਿਆ ਜੀ। ਸੋ ਉੱਪਰਲੇ ਜਿਹੜੇ 1% ਦੇ ਲੋਕ ਆ, ਉਹਨਾਂ ਦੇ ਵਿੱਚੋਂ ਲੋਕਾਂ ਨੂੰ ਹੋਇਆ ਹੈਗਾ। ਕੁਬੈਕ ਦੇ ਜਿਹੜੇ ਪਾਰਟੀ ਹੈਗੀ ਆ ਫੈਡਰਲ, ਉਹਨਾਂ ਦੇ ਲੀਡਰ ਨੂੰ ਹੋ ਗਿਆ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਹੋ ਗਿਆ। ਸੋ ਇਹ ਲੀਡਰਾਂ ਨੂੰ ਵੀ ਬਿਮਾਰ ਕਰ ਦਿੰਦੀ ਹੈਗੀ ਆ। ਰਾਈਟ। ਸੋ ਆਪਣੇ ਜਿਹੜੇ ਗਰੀਬ ਲੋਕੀ ਆ, ਆਪਾਂ ਉਹਨਾਂ ਨੂੰ ਤਾਂ ਦੇਖਿਆ ਕਿ ਕਾਫੀ ਹੋਇਆ ਹੈਗਾ। ਕਲੋਜ਼ ਟੂ ਆਪਣੇ ਹੁਣ 1.5 ਲੱਖ ਦੇ ਲਾਗੇ ਛਾਗੇ ਆਪਾਂ ਪਹੁੰਚਣ ਵਾਲੇ ਹੈਗੇ ਆ ਜੀ। ਇਨਫੈਕਸ਼ਨ ਹੋ ਰਹੇ ਮੈਜੋਰਟੀ ਹੈਗੇ ਜਿਹੜੇ ਕਿ ਲੋਅਰ ਇਨਕਮ ਵਾਲੇ ਆ, ਪਰ ਉੱਪਰਲੇ ਲੈਵਲ ਵਾਲੇ ਵੀ ਜਦੋਂ ਉਹ ਕੇਅਰਫੁਲ ਨਹੀਂ ਰਹਿੰਦੇ ਹੈਗੇ ਉਹਨਾਂ ਨੂੰ ਵੀ ਹੋ ਜਾਂਦਾ ਜੀ। ਰਾਈਟ। ਸਭ ਤੋਂ ਜ਼ਿਆਦਾ ਅਮੀਰ ਮੁਲਕ ਦੁਨੀਆ ਦੇ ਵਿੱਚ ਇਸ ਵੇਲੇ US ਹੈਗਾ। ਸਭ ਤੋਂ ਜ਼ਿਆਦਾ ਕੈਪੀਟਲਿਸਟ ਸੁਸਾਇਟੀ ਉਹ ਹੈਗੀ ਆ। ਸਭ ਤੋਂ ਜ਼ਿਆਦਾ ਕੇਸ ਵੀ ਉੱਥੇ ਹੋ ਰਹੇ ਆ। 7 ਮਿਲੀਅਨ ਤੋਂ ਵੱਧ ਕੇਸ ਹੋ ਗਏ ਆ। 2 ਲੱਖ ਤੋਂ ਉੱਪਰ ਮੌਤਾਂ ਹੋ ਗਈਆਂ। ਸੋ ਉਹਦੀ ਤਾਂ ਆਪਾਂ ਬਰਾਬਰੀ ਨਹੀਂ ਕਰ ਸਕਦੇ ਹੈਗੇ। ਸਭ ਤੋਂ ਜ਼ਿਆਦਾ ਪਾਵਰਫੁਲ ਨੇਸ਼ਨ ਹੈ, ਉਹ ਨਹੀਂ ਰੋਕ ਸਕੇ ਇਸ ਚੀਜ਼ ਨੂੰ ਜੀ। ਮੁਲਕ ਉਹੀ ਬੈਟਰ ਰਹੇ ਹੈਗੇ ਆ ਜਾਂ ਸੁਸਾਇਟੀ ਉਹ ਬੈਟਰ ਰਹੀ ਹੈਗੀ ਆ ਜਿਹਨੇ ਇੱਕ ਦੂਜੇ ਦਾ ਸਾਥ ਦਿੱਤਾ, ਇੱਕ ਦੂਜੇ ਦਾ ਪ੍ਰੋਟੈਕਸ਼ਨ ਕੀਤੀ ਆ। ਤੁਹਾਨੂੰ ਕੀ ਲੱਗਦਾ ਹਰੀਸ਼ ਸਿੰਘ ਜੀ, ਇਹ ਗੱਲ ਠੀਕ ਹੈ ਵੀ ਇਹਨੇ ਕੋਵਿਡ ਨੇ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ ਜਾਂ ਵੱਖਰਾ ਵੱਖਰਾ ਕੀਤਾ ਜੀ? ਭਾਜੀ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ। ਸੋ ਜਿਵੇਂ ਪਹਿਲਾਂ ਕੀ ਸੀਗਾ ਵੀ ਜੇ ਕਿਸੇ ਕੋਲੇ ਪੈਸੇ ਹੈਗੇ ਆ ਨਹੀਂ ਹੈਗੇ, ਘੁੰਮਣ ਫਿਰਨ ਦੀ ਇੱਕ ਸਹੂਲਤ ਸੀਗੀ। 1% ਦੀ ਗੱਲ ਕਰ ਲੈਣੇ, ਦਿਲ 'ਚ ਕੀਤਾ ਇੰਡੀਆ ਚਲੇ ਗਏ, ਦਿਲ ਕੀਤਾ ਆਸਟ੍ਰੇਲੀਆ ਚਲੇ ਗਏ, ਦਿਲ ਕੀਤਾ ਮੈਕਸੀਕੋ ਚਲੇ ਗਏ। ਜੇ ਤੁਸੀਂ ਹੁਣ ਮਾਰਚ ਤੋਂ ਬਾਅਦ ਹੁਣ ਤਾਂ ਹੀ ਦੇਖੋਗੇ ਕੋਈ ਕਿਤੇ ਨਹੀਂ ਜਾ ਰਿਹਾ, ਸਾਰੇ ਘਰਾਂ 'ਚ ਹੀ ਨੇ। ਤੇ ਕਈ ਜਾਣੇ ਘਰੋਂ ਹੀ ਕੰਮ ਕਰ ਰਹੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਇੱਕ ਪ੍ਰੀਵੈਂਟਿਵ ਲੈਵਲ 'ਤੇ ਰੱਖਣਾ ਚਾਹੁੰਦੇ ਨੇ। ਤੇ ਜਿਹੜੇ ਆਪਾਂ ਉਹ ਤੋਂ ਥੋੜਾ ਥੱਲੇ ਆ ਜਾਈਏ, ਸਾਡੇ ਵਰਗੇ ਜਿਹੜੇ ਕੰਮ ਜਿਹਨਾਂ ਨੂੰ ਫੀਲਡ ਜਾਏ ਕਰਨਾ ਹੀ ਪੈਣਾ ਜਾਂ ਟੀਚ ਕਰਨਾ ਪੈਣਾ, ਕੁਛ ਕਰਨਾ ਪੈਣਾ, ਸੋ ਉਹਨਾਂ ਨੂੰ ਜਾਣਾ ਹੀ ਪੈਣਾ। ਸੋ ਪ੍ਰਭਾਵਿਤ ਤਾਂ ਸਾਰਿਆਂ ਨੂੰ ਬਰਾਬਰ ਲੈਵਲ 'ਤੇ ਕੀਤਾ। ਬਸ ਸਿਰਫ ਫਰਕ ਇੰਨਾ ਕਿਹਾ ਕਿ ਕੋਈ ਘਰੋਂ ਬਹਿ ਕੇ ਕੰਮ ਕਰ ਸਕਦਾ ਤੇ ਕਿਸੇ ਨੂੰ ਜਾਣਾ ਹੀ ਪੈਣਾ ਆ। ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਇਹਦੇ ਨਾਲ ਸੋਸ਼ਲ ਇਨਇਕੁਐਲਿਟੀਜ਼ ਨਹੀਂ ਲੱਗਦੀਆਂ ਵੀ ਹੈਗੀਆਂ ਫਿਰ ਇਹ ਕੋਵਿਡ? ਬਿਲਕੁਲ ਹਾਂਜੀ। ਜਿਨ੍ਹਾਂ ਦੀ ਕੋਈ ਸੋਸ਼ਲ ਐਕਸੈਸ ਹੈਗੀ ਆ, ਜਿਹੜੇ ਕਿ ਮੇਰੇ ਵਰਗੇ ਹੈਗੇ ਆ, ਜਿਹੜੇ ਅਸੀਂ ਘਰੋਂ ਕੰਮ ਕਰ ਸਕਦੇ ਹਾਂ, ਜਿਹੜੇ IT ਫੀਲਡ ਦੇ ਵਿੱਚ ਹੈਗੇ ਆ,
ਬੈਂਕਿੰਗ ਵੱਲ ਫਾਈਨੈਂਸ਼ੀਅਲ ਫੀਲਡ 'ਚ ਹੈਗੇ ਆ, ਉਹ ਸਾਰੇ ਬੈਠੋ ਘਰ ਬੈਠ ਕੇ ਆਪਾਂ ਕੰਮ ਕਰ ਸਕਦੇ, ਉਹਨਾਂ ਦੀ ਰਿਸਕ ਘੱਟ ਜਾਂਦੀ ਆ। ਜਿਹੜੇ ਹੁਣ ਸਾਡੇ ਵੀਰ ਭੈਣ ਬਾਹਰ ਜੈਨੀਟੋਰੀਅਲ ਕੰਮ ਕਰਦੇ ਆ ਜਾਂ ਗਰੋਸਰੀ ਸਟੋਰ 'ਚ ਕੰਮ ਕਰਦੇ ਆ, ਸਭ ਤੋਂ ਵੱਡੀ ਰਿਸਕ ਉਹਨਾਂ ਨੂੰ ਹੈਗੀ ਆ, ਸਭ ਤੋਂ ਜ਼ਿਆਦਾ ਰਿਸਕ ਉਹ ਲੈ ਰਹੇ ਆ, ਸਭ ਤੋਂ ਘੱਟ ਰਿਸਪੈਕਟ ਆਪਾਂ ਉਹਨਾਂ ਨੂੰ ਦੇ ਰਹੇ ਹਾਂ। ਹਾਲਾਂਕਿ ਜੇ ਉਹ ਨਾ ਕੰਮ ਤੇ ਜਾਂਦੇ ਤੇ ਆਪਾਂ ਨੂੰ ਦਿਸਦਾ ਸੀਗਾ ਮਾਰਚ ਅਪ੍ਰੈਲ ਦੇ ਵਿੱਚ ਕਿ ਆਪਣੀ ਸੁਸਾਇਟੀ ਸਟਾਪ ਹੋ ਜਾਣੀ ਸੀਗੀ, ਕੋਈ ਕਿਸੇ ਨੂੰ ਖਾਣਾ ਨਹੀਂ ਸੀ ਮਿਲਣਾ ਹੈਗਾ। ਤੇ ਉਹਨੇ ਚਿਰ ਲਈ ਆਪਾਂ ਥੋੜ੍ਹੀ ਜਿਹੀ ਚਿਰ ਲਈ ਜਿੰਨੇ ਵੱਡੇ ਗਰੋਸਰੀ ਸਟੋਰ ਵਾਲੇ ਹੈਗੇ ਆ ਉਹਨੇ $2-3 ਦਾ ਰੇਜ਼ ਦੇ ਕੇ ਕੰਮ ਕਰਵਾ ਲਿਆ। ਜਦੋਂ ਦੇਖਿਆ ਕਿ ਹੁਣ ਤੁਹਾਡੇ ਕੰਟਰੋਲ ਆ ਗਿਆ, ਫਿਰ ਘਟਾ ਦਿੱਤੀ। ਸੋ ਦੈਟਸ ਵੇਅਰ ਸੋਸ਼ਲ ਇਨਇਕੁਆਲਿਟੀ ਆਪਾਂ ਨੂੰ ਰਿਸਕ ਜਾਂ ਵੱਧ ਦਿੰਦੀ ਆ ਜਾਂ ਘੱਟ ਦਿੰਦੀ ਆ। ਇਹਨੂੰ ਆਪਾਂ ਕੁਝ ਕਰ ਸਕਦੇ ਹਾਂ ਇਹਨੂੰ ਫਿਕਸ ਕਰਨ ਦੇ ਲਈ? ਕੋਈ ਭਾਜੀ ਇਹਨੂੰ ਫਿਕਸ ਕਰਨਾ ਤਾਂ ਬਹੁਤ ਔਖਾ ਆ, ਕਿਉਂਕਿ ਜੇ ਆਪਾਂ ਇਕੱਲੇ ਆਪਣੇ ਸਾਊਥ ਏਸ਼ੀਅਨ ਸਾਈਡ ਦੀ ਗੱਲ ਕਰੀਏ ਜੀ, ਹੁਣ ਮੇਰੇ ਕਈ ਦੋਸਤ ਟਰੱਕ ਵੀ ਚਲਾਉਂਦੇ ਨੇ ਤੇ ਬਾਰਡਰ ਕ੍ਰਾਸ ਵੀ ਕਰਦੇ ਨੇ, ਤੇ ਮੈਂ ਉੱਦਾਂ ਹੀ ਨਾਰਮਲੀ ਗੱਲ ਹੋਈ ਮੇਰੀ ਕਿਸੇ ਨਾਲ, ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਵੀ ਹੁਣ ਤੁਸੀਂ ਕਿੱਦਾਂ ਡੀਲ ਕਰਦੇ ਪਏ ਹੋ? ਕਹਿੰਦਾ ਵੀ ਅਸੀਂ ਹਫ਼ਤੇ ਕੁ ਬਾਅਦ ਘਰੇ ਜਾਈਦਾ ਆ, ਇਕੱਲੇ ਰਹੀਦਾ ਤੇ ਮੁੜ ਕੇ ਫਿਰ ਟਰੱਕ 'ਚ ਵਾਪਸ ਆ ਜਾਈਦਾ। ਸੋ ਜਿਹੜੀ ਕਿ ਆਪਸ਼ਨ ਹੀ ਹੈ ਨਹੀਂ ਗੀ ਉਹਨਾਂ ਦੇ ਕੋਲੇ ਤਾਂ ਬਿਲਕੁਲ ਵੀ, ਹੈ ਨਾ। ਸੋ ਇਸ ਚੀਜ਼ ਤੋਂ ਜੇ ਆਪਾਂ ਕਹਿੰਦੇ ਆ ਵੀ ਆਪਾਂ ਇਹਨੂੰ ਫਿਕਸ ਕਰ ਸਕਦੇ ਕਿ ਨਹੀਂ ਕਰ ਸਕਦੇ, ਆਫ ਕੋਰਸ ਜਦੋਂ ਇੱਕਦਮ ਇਹ ਹਿੱਟ ਕੀਤਾ ਸੀਗਾ ਉਦੋਂ ਜੇ ਤੁਸੀਂ ਨੋਟ ਕਰੋਗੇ ਗਰੋਸਰੀ ਸਟੋਰਾਂ ਨੇ ਵੀ ਜਿਹੜੀ ਗਰੋਸਰੀ ਸੀ ਉਹਦੀ ਪ੍ਰਾਈਸ ਵਧਾ ਦਿੱਤੀ। ਹਾਲਾਂਕਿ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਕਈ ਲੋਕੀ ਘਰੇ ਬਹਿ ਗਏ ਨੇ, ਸੋ ਜੇ ਕੋਈ ਬੰਦਾ 3500 ਜਾਂ 4000 ਦਾ ਕੰਮ ਕਰਦਾ ਸੀ ਉਹਨੂੰ ਸਿਰਫ $2000 ਹੀ ਆਉਣਾ ਸੀ, ਉਹ ਕੰਮ ਤੇ ਜਾ ਨਹੀਂ ਸੀ ਸਕਦਾ ਜਦੋਂ ਇਹਨਾਂ ਨੇ ਇੱਕਦਮ ਹੀ ਫੇਸ 1 ਸ਼ਟਡਾਊਨ ਕਰਨਾ ਸ਼ੁਰੂ ਕਰ ਦਿੱਤਾ। ਸੋ ਕਈ ਤਾਂ ਵਿਚਾਰੇ ਬਿਲਕੁਲ ਹੀ ਬਰੋਕ ਹੋ ਗਏ ਉਹਨਾਂ ਚੀਜ਼ਾਂ ਦੇ ਵਿੱਚ। ਹੁਣ ਜੇ ਕਿਸੇ ਨੇ 2 ਘਰ ਲਏ ਹੋਏ ਸੀ, ਇੱਕ ਰੈਂਟ ਤੇ ਚੜਾ ਸੀ, ਕੁਛ ਕੀਤਾ ਸੀ, ਉਹ ਤਾਂ ਗਿਆ ਵਿਚਾਰਾ, ਹੈ ਨਾ। ਸੋ ਉਹ ਤਾਂ ਕੋਈ ਆਪਾਂ ਬੰਨ ਕੇ ਉਹਨੂੰ ਫਿਕਸ ਹੀ ਨਹੀਂ ਸੀ ਕਰ ਸਕਦੇ। ਸੋ ਕਿਤੇ ਨਾ ਕਿਤੇ ਉਹਦੇ ਵਿੱਚ ਸਾਡੀ ਆਪ ਦੀ ਕੌਮ ਦਾ ਵੀ ਆਪਾਂ ਕਹਿ ਸਕਦੇ ਸਾਰੇ ਬੰਦਿਆਂ ਦਾ ਹੀ ਕਸੂਰ ਆ ਕਿ ਜਿੱਥੇ ਕਿ ਸਾਨੂੰ ਚਾਹੀਦਾ ਸੀਗਾ, ਕਿਉਂਕਿ ਹੁਣ ਆਹ ਟਾਈਮ ਸਾਡਾ ਆ ਗਿਆ ਆ, ਅਸੀਂ ਉੱਥੇ ਕੋਈ ਨਾ ਕੋਈ ਤਰੀਕਾ, ਅਸੀਂ ਇੰਨੇ ਸਾਲਾਂ 'ਚ ਇੰਨਾ ਪ੍ਰੋਫਿਟ ਕਮਾਇਆ ਜਾਂ ਇੰਨਾ ਕੁਛ ਕੀਤਾ, ਅਸੀਂ ਕਿਸੇ ਨਾ ਕਿਸੇ ਪਾਸਿਓਂ ਆਪਣੇ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਪੈਨਸ਼ਨ ਆਉਂਦੀ ਸੀ ਜਾਂ ਜਿਨ੍ਹਾਂ ਦਾ ਗੁਜ਼ਾਰਾ ਹੀ ਸਿਰਫ ਉਸ ਚੀਜ਼ ਤੋਂ ਚੱਲਦਾ ਸੀ ਕਿ ਇਹਨਾਂ ਨੇ ਉਹਨਾਂ ਨੂੰ ਕੋਈ ਫ੍ਰੀ ਪ੍ਰੋਗਰਾਮ ਚਲਵਾਇਆ, ਕੋਈ ਫ੍ਰੀ ਗਰੋਸਰੀ ਡਿਲੀਵਰ ਹੋਈ ਕਿਤੇ ਕੁਛ ਜਾ ਕੇ ਇਹਨਾਂ ਨੇ ਕੀਤਾ। ਜੇ ਅਸੀਂ ਗੱਲ ਕਰੀਏ ਤਾਂ ਅਸੀਂ ਕਿਤੇ ਵੀ ਜਾ ਕੇ ਕੋਈ ਰੇਡੀਓਥੌਨ ਹੋ ਗਿਆ ਜਾਂ ਕੋਈ ਕਿਤੇ ਪੈਸੇ ਦੇਣੇ ਨੇ, ਆਮ ਟਾਕਿੰਗ ਅਬਾਊਟ ਕਿ ਜਿੱਥੇ ਕਿ ਕੋਈ ਚੀਜ਼ ਬਣਾਉਣੀ ਆ ਉੱਥੇ ਤਾਂ ਅਸੀਂ ਭੱਜ ਕੇ ਮੂਹਰੇ ਜਾਂਦੇ ਆ ਵੀ ਹਾਂ ਜੀ ਸਾਡਾ ਨਾਂ ਲਿਖਿਆ ਜਾਣਾ। ਮੈਂ ਨਾਂ ਤੋਂ ਕੀ ਕਰਾਉਣਾ ਜਦ ਮੇਰੇ ਆਪਣੇ ਬੰਦੇ ਭੁੱਖੇ ਮਰ ਰਹੇ ਆ, ਮੈਂ ਉੱਥੇ ਪੈਸੇ ਕਿਉਂ ਦੇਣੇ? ਸੋ ਮੈਂ ਤਾਂ ਉੱਥੇ ਪੈਸੇ ਦਊਂਗਾ ਨਾ ਜਿੱਥੇ ਕਿ ਮੈਨੂੰ ਪਤਾ ਕਿਸੇ ਦੇ ਮੂੰਹ 'ਚ ਰੋਟੀ ਜਾਣੀ ਆ। ਸੋ ਉਹ ਚੀਜ਼ ਕੰਟਰੋਲ ਹੋ ਸਕਦੀ ਸੀ, ਹੁਣ ਵੀ ਹੋ ਸਕਦੀ ਆ। ਹੁਣ ਜਿਵੇਂ ਭਾਜੀ ਨੇ ਗੱਲ ਕੀਤੀ ਕਿ ਪਹਿਲਾਂ $2 ਵਧਾ ਦਿੱਤੇ, ਮੁੜ ਕੇ ਜਦੋਂ ਕੰਮ ਨਿਬੜਿਆ ਤਾਂ $2 ਫਿਰ ਵਾਪਸ ਕਰ ਲਏ, ਉਹ ਇੱਕ ਬਹੁਤ ਹੀ ਘਟੀਆ ਚੀਜ਼ ਹੈ ਜਿਹੜੀ ਕਿ ਹੋਣੀ ਨਹੀਂ ਚਾਹੀਦੀ। ਸੋ ਆਈ ਥਿੰਕ ਕਿ ਸਾਰਾ ਕੁਝ ਸਾਡੇ ਹੱਥ 'ਚ ਹੀ ਹੈ ਵੀ ਜੇ ਅਸੀਂ ਚਾਹਾਂਗੇ ਕਿ ਸਾਡੇ ਜਿਹੜੇ ਬੰਦੇ ਸਪੋਰਟਿਵ ਹੋਣ, ਅੱਗੇ ਉਹ ਕੰਮ ਕਰਨ, ਚਾਹੇ ਉਹ ਕਿਸੇ ਵੀ ਫੀਲਡ 'ਚ ਨੇ, ਟਰੱਕ ਚਲਾਉਂਦੇ ਨੇ ਜਾਂ ਜੈਨੀਟੋਰੀਅਲ ਨੇ ਜਾਂ ਫਰੂਟੀ ਕਰਨਾ ਦੇ ਕੰਮ ਕਰਦੇ ਨੇ ਜਾਂ ਕਿਤੇ ਵੀ ਆਪਣਾ ਲੈਟਸ ਸੇ ਟਿਮ ਹਾਰਟਨ ਦੇ ਕੰਮ ਕਰਦੇ ਨੇ, ਕਿਤੇ ਵੀ ਕਰਦੇ ਨੇ, ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਚੱਲਾਂਗੇ ਤਾਂ ਸਾਰਾ ਕੁਝ ਵਧੀਆ ਹੋਊਗਾ। ਹੁਣ ਜਿਵੇਂ ਫਰੂਟੀ ਕਰਨਾ ਵਾਲਿਆਂ ਨੇ, ਸੁੱਖੀ ਭਾਜੀ ਹੁਣਾਂ ਨੇ ਆਪਣੇ ਸਟੋਰਾਂ ਦੇ ਵਿੱਚ ਗਰੋਸਰੀ ਮੁੱਕਣ ਨਹੀਂ ਦਿੱਤੀ, ਉਹਨਾਂ ਨੇ ਨਾ ਮੈਨੂੰ ਲੱਗਦਾ ਕੋਈ ਪ੍ਰਾਈਸ ਵਗੈਰਾ ਅਪ ਕੀਤੀ, ਕੁਛ ਨਹੀਂ ਕੀਤਾ, ਉਹਨਾਂ ਦਾ ਸੇਮ ਪ੍ਰੋਸੈਸ ਰਿਹਾ। ਈਵਨ ਕਿ ਮੈਂ ਜਾ ਕੇ ਦੇਖਦਾ ਵੀ ਰਿਹਾ ਵੀ ਸਾਰਾ ਕੁਝ ਅਸੀਂ ਗਰੋਸਰੀ ਲੈਣ ਜਾਂਦੇ ਸੀ, ਉੱਥੇ ਕੋਈ ਵੀ ਚੀਜ਼ ਸਾਨੂੰ ਇਦਾਂ ਲੱਗੀ ਕਿ ਉਹਨਾਂ ਨੇ ਓਵਰ ਐਕਸਪੈਂਸਿਵ ਲਾਈ ਹੋਵੇ। ਪਰ ਜੇ ਤੁਸੀਂ ਦੂਜੇ ਪਾਸੇ ਕਿਸੇ ਹੋਰ ਸਟੋਰ 'ਚ, ਗੋਰਿਆਂ ਦੇ ਸਟੋਰ ਚਲੇ ਜਾਂਦੇ, ਤੁਹਾਨੂੰ ਉੱਥੇ ਦੇਖਣ ਨੂੰ ਬਹੁਤ ਫਰਕ ਮਿਲ ਰਿਹਾ ਸੀ। ਸੋ ਇਸੇ ਚੀਜ਼ ਨਾ ਭਾਈ, ਜਦੋਂ ਹੁਣ ਤੁਸੀਂ ਫਰੂਟ ਕਰਨਾ ਦੀ ਗੱਲ ਕੀਤੀ ਆ, ਮੇਰੇ ਖਿਆਲ ਭਾਜੀ ਹੁਣੀ ਡਿਸੀਜਨ ਬਣਾਇਆ ਸੀ ਕਿ ਅਸੀਂ ਸਰਵਿਸ ਸੇਮ ਰੱਖਣੀ ਹੈਗੀ ਆ, ਪ੍ਰੋਫਿਟ ਇਸ ਮੌਕੇ ਤੇ ਘੱਟ ਲੈ ਲਾਂਗੇ। ਹਾਂਜੀ, ਐਗਜ਼ੈਕਟਲੀ ਰਾਈਟ। ਐਂਡ ਸੋ ਸੋਸ਼ਲੀ ਰਿਸਪੌਂਸਿਬਲ ਕੰਮ ਕਰਨਾ, ਰਾਈਟ। ਕਈਆਂ ਨੇ ਹੁਣ ਜੇ ਆਪਾਂ ਪਿੱਛੋਂ ਫਾਈਨੈਂਸ਼ੀਅਲ ਬੈਕਗਰਾਉਂਡ ਦੇਖਦੇ ਆ, ਜਿਹੜੇ ਆਪਣੇ ਬੈਂਕਸ ਵਾਲੇ ਹੈਗੇ ਆ, ਵੱਡੇ ਗਰੋਸਰੀ ਸਟੋਰ ਵਾਲੇ ਆ, ਉਹਨੇ ਬਿਲੀਅਨਸ ਆਫ ਡਾਲਰਸ ਐਕਸਟਰਾ ਪ੍ਰੋਫਿਟ ਬਣਾਇਆ ਇਸ ਪਿਛਲੇ 6 ਮਹੀਨਿਆਂ 'ਚ। ਰਾਈਟ। ਸੋ ਕਈਆਂ ਨੇ ਫਾਇਦਾ ਵੀ ਉਠਾਇਆ। ਹਾਂਜੀ। ਸੋ ਪਰ ਉਹ ਜਿਹੜਾ ਹੁਣ ਐਕਸਟਰਾ ਪ੍ਰੋਫਿਟ ਬਣਿਆ ਆ, ਵਾਟ ਆਰ ਦੇ ਡੂਇੰਗ ਵਿਦ ਇਸ ਪ੍ਰੋਫਿਟ ਦੇ ਨਾਲ? ਬੈਕ ਉਹ ਆਪਾਂ ਨੂੰ ਟੈਕਸ ਐਕਸਟਰਾ ਦੇ ਰਿਹਾ? ਨੋ। ਮੋਸਟਲੀ ਆਫਸ਼ੋਰ ਮਨੀ ਜਾਣੀ ਹੈਗੀ ਆ, ਲੁੱਕ ਜਾਣੀ ਹੈਗੀ ਆ, ਜਾਂ ਉਹਨੇ ਟੈਕਸ ਰਾਈਟ ਆਫ ਲੈ ਕੇ ਤਾਂ ਹੋਰ ਬਚਾ ਕਰ ਲੈਣਾ ਹੈਗਾ, ਉਹਨੇ ਆਪਣੇ ਜੇਬਾਂ ਭਰ ਲਈਆਂ, ਦੈਟਸ ਇਟ। ਪਰ ਉਹਨੇ ਲੋਕਾਂ ਦਾ ਨਹੀਂ ਕੁਛ ਵੀ ਸੋਚਿਆ ਹੈਗਾ। ਸੋ ਜੇ ਆਪਾਂ ਇੱਕ ਕਿਸਮ ਦੀ ਫੇਅਰ ਸੁਸਾਇਟੀ ਚਾਹੁੰਦੇ ਹੈਗੇ ਆ, ਗਵਰਨਮੈਂਟ ਨੂੰ ਸੋਚਣਾ ਪੈਣਾ ਹੈਗਾ ਕਿ ਜਿਹੜੇ ਉੱਪਰਲੇ ਬਹੁਤੇ ਜ਼ਿਆਦਾ ਅਮੀਰ ਆ, ਮੈਂ ਜਿਹੜਾ ਆਮ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਅਮੀਰ ਸਮਝਦਾ, ਜਿਹੜੇ ਕਿ 2-3 ਘਰ ਹੈਗੇ, ਉਹਨਾਂ ਦੀ ਗੱਲ ਨਹੀਂ ਕਰਦਾ।
ਮੈਂ ਗੱਲ ਕਰਦਾ ਜਿਹੜੇ ਬਹੁਤ ਇੰਟਰਨੈਸ਼ਨਲ ਕੋਰਪੋਰੇਸ਼ਨਸ ਲੈਵਲ ਤੇ ਉਹਨਾਂ ਤੇ ਥੋੜਾ ਬੜਾ ਆਪਾਂ ਨੂੰ ਸੋਚਣਾ ਪੈਣਾ ਹੈ ਕਿ ਜੇ ਕਿੱਦਾਂ ਉਹਨਾਂ ਤੋਂ ਟੈਕਸ ਹੋ ਲਿਆ ਜਾਵੇ ਜਿਹੜਾ ਕਿ ਉਹ ਬੈਕ ਫਿਰ ਸੁਸਾਇਟੀ ਦੇ ਵਿੱਚ ਦਿੱਤਾ ਜਾਵੇ। ਆਪਣੇ ਕੈਨੇਡਾ ਦੇ ਵਿੱਚ ਆਪਣੀ ਗਵਰਨਮੈਂਟ ਨੇ ਥੋੜੀ ਜਿਹੀ ਟਰਾਈ ਕੀਤੀ ਹੈਗੀ ਇਸ ਲੋਕਾਂ ਦੀ ਸਪੋਰਟ ਕਰਨ ਨੂੰ ਇਮੀਡੀਏਟਲੀ ਇਨੀ CERB ਪੇਮੈਂਟ ਜਿੱਦਾਂ ਦੀ ਵੀ ਹੈਗੀ ਆ ਚਾਲੂ ਕਰ ਦਿੱਤੀ ਕਿ ਲੋਕਾਂ ਦਾ ਥੋੜਾ ਵਾਲਾ ਕੰਮ ਚੱਲਦਾ ਰਹੇ, ਕੋਈ ਭੁੱਖਾ ਨਾ ਜਾਵੇ। ਰਾਈਟ, ਮੰਨਦੇ ਹੈਗੇ ਕਿ ਕਈਆਂ ਨੂੰ ਬਹੁਤ ਹਿੱਟ ਲੱਗੀ ਕਿ ਕੰਮ ਨਹੀਂ ਚੱਲਿਆ, ਉਹਨਾਂ ਦੀ ਪੇਮੈਂਟਾਂ ਟੁੱਟ ਗਈਆਂ, ਪਰ ਐਟਲੀਸਟ ਰੋਟੀ ਜੋਗੇ ਤਾਂ ਪੈਸੇ ਸੀਗੇ। ਅਮਰੀਕਾ ਸਭ ਤੋਂ ਅਮੀਰ ਦੁਨੀਆ 'ਚ ਕੰਟਰੀ ਆ, ਇੱਕ ਵਾਰੀ 1200 ਦੀ ਚੈੱਕ ਭੇਜੀ ਆ, ਇੱਕ ਵਾਰੀ। ਇੰਡੀਆ ਵਿੱਚ ਹਾਲੇ ਤੱਕ ਮੇਰਾ ਖਿਆਲ ਨਹੀਂ ਕਿਸੇ ਨੂੰ ਪੈਸਾ ਵੰਡਿਆ ਹੋਣਾ। ਰਾਈਟ, ਸੋ ਦਿਸ ਇਜ਼ ਵੇਅਰ ਜਿਹੜੀ ਅਨਈਕੁਅਲ ਸੁਸਾਇਟੀ ਦੇ ਆਪਾਂ ਗੱਲ ਕਰਦੇ ਇਹ ਚੀਜ਼ਾਂ ਹੈਗੀਆਂ। ਪਰ ਇਹ ਤਾਂ ਜ਼ਿਆਦਾ ਪੋਲੀਟੀਕਲ ਮਸਲਾ ਨਹੀਂ ਹੈ, ਜਾਂ ਅਸੀਂ ਇਹ ਜਿਹੜੀ ਮੰਨ ਲਓ ਅਸੀਂ ਵਿਦਨ ਇੱਕ ਦੇਸ਼ ਦੀ ਕੈਨੇਡਾ ਦੇ ਵਿੱਚ ਹੀ ਗੱਲ ਕਰਦੇ ਹਾਂ। ਹਾਂਜੀ, ਜਿਹੜਾ ਬੰਦਾ ਘਰੋਂ ਬੈਠ ਤੁਸੀਂ ਡਾਕਟਰ ਨੂੰ ਤੁਸੀਂ ਘਰੋਂ ਕੰਮ ਕਰ ਸਕਦੇ ਹੋ, ਤੁਹਾਡੇ ਕੋਲ ਮੌਕਾ ਹੈਗਾ। ਇੱਕ ਬੰਦਾ ਜਿਹਨੇ ਸਟੋਰ ਦੇ ਵਿੱਚ ਕੰਮ ਕਰਨਾ, ਵਾਲਮਾਰਟ ਦੇ ਵਿੱਚ ਕਿਤੇ, ਉਹਨੂੰ ਤਾਂ ਜਾਣਾ ਹੀ ਪੈਣਾ। ਇਹ ਤਾਂ ਫਿਰ ਜਿਹੜਾ ਸੁਸਾਇਟੀ ਆ ਉਹਦੀਆਂ ਕੁਛ ਤਾਂ ਇਨਇਕੁਐਲਿਟੀਜ਼ ਰਹਿਣਗੀਆਂ, ਇਹਨਾਂ ਨੂੰ ਕਦੇ ਪੂਰਾ ਕੀਤਾ ਜਾ ਸਕਦਾ? ਬਰਾਬਰ ਦੀ ਮੈਂ ਬਰਾਬਰ ਦੀ ਨਹੀਂ ਗੱਲ ਕਰਦਾ ਹੈਗਾ ਕਿ ਹੁਣ ਜਿਹੜਾ ਬੰਦੇ ਦੇ ਕੋਲ ਆਪਸ਼ਨ ਹੈਗੇ ਆ, ਪੜ੍ਹਾਈ ਜ਼ਿਆਦਾ ਕੀਤੀ ਆ, ਟ੍ਰੇਨਿੰਗ ਐਕਸਟਰਾ ਲਈ ਆ, ਰਿਸਕ ਥੋੜ੍ਹੀ ਜਿਹੀ ਜ਼ਿਆਦਾ ਲੈਂਦੇ ਹੈਗੇ ਆ, ਓਬਵੀਅਸਲੀ ਉਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਹੈਗਾ। ਪਰ ਫਾਇਦਾ ਇੰਨਾ ਹੋਣਾ ਚਾਹੀਦਾ ਜਾਂ ਇੰਨਾ ਹੋਣਾ ਚਾਹੀਦਾ ਜਿਹੜਾ ਬਾਟਮ ਤੇ ਉਹਨਾਂ ਨੂੰ ਇੰਨਾ ਹੋ ਰਿਹਾ? ਰਾਈਟ, ਦੈਟਸ ਦ ਡਿਫਰੈਂਸ। ਯੈਸ, ਰਾਈਟ, ਇਹ ਸੋਸ਼ਲ ਰਿਸਪੌਂਸਿਬਿਲਿਟੀ ਜਿਹੜੇ ਜ਼ਿਆਦਾ ਰਿਸੋਰਸਿਸ ਵਾਲੇ ਲੋਕੀ ਹੈਗੇ ਆ ਉਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈਗੀ ਆ ਕਿ ਆਪ ਦੇ ਜਿਹੜੇ EMPLOYEE ਹੈਗੇ ਆ, ਹੁਣ ਸੁਪਰ ਸਟੋਰ 'ਚ ਜਿਹੜੇ ਆਪਣੇ ਭੈਣਾਂ ਕੰਮ ਕਰਦੀਆਂ ਹੈਗੀਆਂ ਉਹਨਾਂ ਦਾ ਇਹ ਨਹੀਂ ਫਰਜ਼ ਬਣਦਾ ਕਿ EMPLOYER ਉਹਨਾਂ ਨੂੰ ਪ੍ਰੋਪਰ ਸੇਫਟੀ ਦੀ ਇਕਵਿਪਮੈਂਟ ਦੇਣ। ਰਾਈਟ, ਸੋ ਦੈਟਸ ਵੇਅਰ ਇਟ ਕਮਸ। ਉਹ ਦੇ ਨਹੀਂ ਰਹੇ ਜਿੰਨਾ ਉਹਨਾਂ ਨੂੰ ਚਾਹੀਦਾ ਹੈਗਾ। ਸੇਮ ਹੁਣ ਆਪਣੇ ਸਕੂਲਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਟੀਚਰ ਰਿਸਕ ਲੈ ਰਹੇ ਆ, ਟੀਚਰਾਂ ਨੂੰ ਪੂਰੀ ਫੁੱਲ ਮਾਸਕ ਵਗੈਰਾ ਸੇਫਟੀ ਸ਼ੀਲਡ ਮਿਲਦੀ ਹੈਗੀ ਆ? ਨੋ, ਹਾਲੇ ਤੱਕ ਮੇਰਾ ਖਿਆਲ ਨਹੀਂ ਮਿਲੀ ਹੈਗੀ। ਸੋ ਉਹ ਇਹ ਚੀਜ਼ਾਂ ਜੇ ਆਪਾਂ ਇੱਕ ਦੂਜੇ ਦੀ ਸਾਥ ਦਿੰਦੇ ਹੈਗੇ ਆ, ਸਾਥ ਦੇਣ ਦੇ ਨਾਲ ਆਪਾਂ ਸਾਰੇ ਕੰਮ ਪੂਰੇ ਕਰ ਸਕਦੇ। ਜਦੋਂ ਆਪਾਂ ਸਿਰਫ ਆਪਣੇ ਆਪ ਦਾ ਸੋਚੀ ਜਾਂਦੇ ਹੈਗੇ ਆ ਉੱਥੇ ਫਿਰ ਮਾਰ ਖਾਂਦੇ, ਸੁਸਾਇਟੀ ਸਾਰੀ ਮਾਰ ਖਾਂਦੀ ਆ। ਹੁਣ ਜੇ ਆਪਾਂ ਬਾਟਮ ਦੇ 10% ਨੂੰ ਕਹਿ ਦਿੰਦੇ ਕਿ ਚਲੋ ਇਹ ਗਰੀਬ ਹੈਗੇ ਆ, ਇਹਨਾਂ ਦੀ ਸੁਸਾਇਟੀ ਨੂੰ ਵੈਲਿਊ ਹੈ ਨਹੀਂ ਗੀ, ਜੇ ਮਰ ਵੀ ਗਏ ਡਸਨਟ ਮੈਟਰ, ਫਿਰ ਨੈਕਸਟ ਜਿਹੜੇ ਬਾਟਮ ਦੇ 10% ਆ ਜਾਣੇ ਫਿਰ ਉਹਨਾਂ ਦੀ ਵਾਰੀ ਆ ਜਾਣੀ, ਫਿਰ ਉਦੋਂ ਅਗਲੇ ਨੈਕਸਟ ਜਿਹੜੇ ਜਦੋਂ ਉਹ ਮਰ ਗਏ ਜਾਂ ਬਿਮਾਰ ਹੋ ਗਏ ਫਿਰ ਨੈਕਸਟ 10% ਦੀ ਵਾਰੀ ਆ ਜਾਊਗੀ। ਬੈਟਰ ਨਹੀਂ ਹੈਗਾ ਕਿ ਆਪਾਂ ਸਾਰਿਆਂ ਨੂੰ ਥੋੜ੍ਹਾ ਜਿਹਾ ਲਿਫਟ ਕਰ ਦਈਏ, ਸਾਰਿਆਂ ਦੇ ਸੇਫਟੀ ਹੋ ਜਾਊਗੀ। ਐਂਡ ਆਪਾਂ ਪਿਛਲੀ ਵਾਰੀ ਗੱਲਾਂ ਕਰਦੇ ਸੀ ਮਾਸਕ ਪਾਉਣ ਦੀ। ਜੀ, ਸਿਰਫ ਜਿਹੜੀ ਮਾਸਕ ਪਾਉਣ ਦੀ ਗੱਲ ਆ ਇਹਦੇ ਦੋ ਪੱਖ ਆ। ਇੱਕ ਤਾਂ ਹੈਗਾ ਆਪਣੇ ਬਚਾਅ ਦੀ, ਅਗੇਨ ਸੈਲਫ ਸੈਂਟਰਡ, ਦੂਜਾ ਹੈਗਾ ਤੁਹਾਡਾ ਬਚਾਅ ਕਰਨ ਲਈ। ਹੁਣ ਜੇ ਮੈਨੂੰ ਥੋੜੇ ਵਾਲੇ ਸਿੰਪਟਮਸ ਹੈਗੇ ਰੈਸਪੀਰੇਟਰੀ ਇਨਫੈਕਸ਼ਨ ਦੇ, ਜੇ ਮੇਰੇ ਮਾਸਕ ਲਾਇਆ ਮੈਂ ਤੁਹਾਡੀ ਪ੍ਰੋਟੈਕਸ਼ਨ ਕਰ ਰਿਹਾ, ਦੈਟਸ ਸੋਸ਼ਲ ਰਿਸਪੌਂਸਿਬਿਲਿਟੀ। ਜੀ, ਇਹ ਹਰਦੀਪ ਸਿੰਘ ਜੀ ਕੋਈ ਇੱਦਾਂ ਸੁਸਾਇਟੀ ਦੇ ਵਿੱਚ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਇੱਦਾਂ ਦੀ ਸੁਸਾਇਟੀ ਬਣ ਜਾਵੇ ਜਾਂ ਇੱਦਾਂ ਦਾ ਹੋ ਜਾਵੇ ਕਿ ਸਾਰੇ ਹੀ, ਚਾਹੇ ਉਹ ਜਿਹੜਾ ਇਹਨਾਂ ਨੇ ਕਿਹਾ ਕਿ ਪਾੜਾ ਜਿਹੜਾ ਘੱਟ ਫਾਇਦਾ ਹੋ ਰਿਹਾ ਜਾਂ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ, ਉਹ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਫਾਇਦਾ ਜ਼ਿਆਦਾ ਹੋਵੇ ਤੇ ਇੱਕ ਚੰਗੀ ਸੁਸਾਇਟੀ ਜਿਹੜੀ ਆ ਉਹਦੇ 'ਚ ਇੱਕ ਆਮ ਬੰਦੇ ਦੀ ਕੀ ਸੋਸ਼ਲ ਰਿਸਪੌਂਸਿਬਿਲਿਟੀ ਹੋ ਸਕਦੀ ਹੈ? ਸਭ ਤੋਂ ਪਹਿਲਾਂ ਤਾਂ ਭਾਜੀ ਇੱਕ ਦੂਜੇ ਦੇ ਨਾਲ ਰਿਸਪੈਕਟਿਵ ਜਿਹੜਾ ਹੁੰਦਾ ਨਾ, ਗੱਲਬਾਤ ਕਰਨਾ, ਸੋਚਣਾ ਦੂਜੇ ਬੰਦੇ ਦੇ ਬਾਰੇ ਰਿਸਪੈਕਟ ਦੇ ਨਾਲ, ਉਹ ਬਹੁਤ ਕੀ ਫੈਕਟਰ ਹੈ ਵੱਡਾ। ਜਦੋਂ ਮੈਨੂੰ ਪਤਾ ਨਾ ਕਿ ਮੇਰੇ ਸਾਹਮਣੇ ਵਾਲਾ ਬੰਦਾ ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਬਰਾਬਰ ਦਾ ਆ, ਜਦੋਂ ਮੈਂ ਉਹਦੇ ਬਾਰੇ ਰਿਸਪੈਕਟਿਵ ਸੋਚੂੰਗਾ ਨਾ ਤੇ ਕੁਦਰਤੀ ਮੈਂ ਹੈਲਪ ਵੀ ਕਰਨ ਦੀ ਸੋਚੂੰਗਾ। ਤੇ ਜੇ ਉਹ ਮੇਰੇ ਤੋਂ ਉੱਪਰ ਜਾਂ ਥੱਲੇ ਆ, ਜਾਂ ਤਾਂ ਮੇਰੀ ਸਪੋਰਟ ਕਰੂਗਾ ਜਾਂ ਮੈਂ ਉਹਦੀ ਕਰੂੰਗਾ। ਸੋ ਹੌਲੀ ਹੌਲੀ ਇੱਕ ਸਰਕਲ ਬਣਦਾ ਜਾਂਦਾ। ਉਹ ਸਰਕਲ ਦੇ ਨਾਲ ਹੁੰਦਾ ਕੀ ਆ ਕਿ ਇੱਕ ਇਕੁਅਲ ਲੈਵਲ ਕ੍ਰੀਏਟ ਹੋਣ ਲੱਗ ਜਾਂਦਾ ਆ। ਹੁਣ ਜੇ ਅਸੀਂ ਗੱਲ ਕਰ ਲਈਏ ਆਪਣਾ ਕੰਮਾਂ ਦੇ ਨਾਲ ਰਿਲੇਟਡ ਹੀ ਹੈ ਨਾ, ਸੋ ਇੱਕ ਪਾਸੇ ਤਾਂ ਜਿਹੜਾ ਬੰਦਾ ਬੱਸ ਚਲਾਉਂਦਾ ਉਹਦੀ ਗ੍ਰੋਸ ਇਨਕਮ ਹੈਗੀ ਆ $1 ਸਵਾ ਲੱਖ ਸਾਲ ਦੀ। ਇੱਕ ਬੰਦਾ ਜਿਹੜਾ ਟਰੱਕ ਚਲਾਉਂਦਾ, ਜਿਹੜਾ ਕਿ ਫੂਡ ਪ੍ਰੋਵਾਈਡਰ ਆ, ਕ੍ਰਾਸ ਕੰਟਰੀ ਘੁੰਮਦਾ ਆ, ਉਹਦੀ ਡਰਾਈਵਰ ਦੀ ਗ੍ਰੋਸ ਇਨਕਮ ਹੈਗੀ ਆ $60,000। ਸੋ ਇਹ ਕਿਤੇ ਵੀ ਨਾਲ ਮੈਚ ਨਹੀਂ ਹੁੰਦਾ। ਇੱਕ ਬੰਦੇ ਨੇ ਤਾਂ 6 ਘੰਟੇ ਕੰਮ ਕੀਤਾ, 2 ਘੰਟੇ ਉਹਨੂੰ ਵਾਧੂ ਮਿਲ ਗਏ, ਤੇ ਇੱਕ ਬੰਦਾ 12 ਘੰਟੇ ਟਰੱਕ ਚਲਾ ਰਿਹਾ ਆ। ਸੋ ਇੱਥੇ ਕਿਤੇ ਨਾ ਕਿਤੇ ਜਾ ਕੇ ਜੇ ਸਾਡੀ ਜ਼ਿੰਮੇਵਾਰੀ ਆਉਂਦੀ ਹੈ, ਸਰਕਾਰਾਂ ਦੇ ਵੀ ਆਉਂਦੀ ਆ, ਉੱਥੇ ਜਿਹੜੀਆਂ ਪੇ ਡਿਵੀਜ਼ਨਾਂ ਨਿਕਲਦੀਆਂ ਨੇ ਵੀ ਇਹਦੀ ਇੰਨੀ ਪੇ ਬਣਨੀ ਹੈ, ਇਹਦੀ ਇੰਨੀ ਬਣਨੀ ਆ, ਉਹ ਫਿਰ ਮੈਚ ਤਾਂ ਕਿਤੇ ਹੋ ਹੀ ਨਹੀਂ ਰਹੀ।
ਜੇ ਹੁਣ ਇੱਕ ਕੋਈ ਬੰਦਾ ਹਸਪੀਟਲ 'ਚ ਕੰਮ ਕਰਦਾ ਆ, ਉਹਨੂੰ 40 ਜਾਂ 45 ਡਾਲਰ ਘੰਟੇ ਦੇ ਆ ਅੱਜ ਦੀ ਡੇਟ 'ਚ ਜੀ। ਪਰ ਆਹ ਟਾਈਮ ਦੇ ਵਿੱਚ ਇੱਕ ਬੰਦਾ ਜਿਹੜਾ ਕਿਤੇ ਸਟੋਰ ਤੇ ਵਾਲਮਾਰਟ ਜਾਂ ਕਿਤੇ ਵੀ ਕੰਮ ਕਰ ਰਿਹਾ ਆ, ਆਪਦੀ ਲਾਈਫ ਨੂੰ ਰਿਸਕ 'ਚ ਪਾਉਂਦਾ ਹੈ, ਕੁਝ ਵੀ ਕਰਦਾ, ਉਹ ਤਾਂ 15 ਡਾਲਰ ਤੇ ਹੀ ਆ। ਹੈਨਾ, ਉਹਨੂੰ ਜਸਟੀਫਿਕੇਸ਼ਨ ਕਿੱਥੇ ਮਿਲੀ ਜਾ ਕੇ ਕਿ ਹਾਂ ਮੈਂ ਵੀ ਆਹ ਚੀਜ਼ ਕਰਦਾ ਪਿਆ। ਆਫ ਕੋਰਸ ਸਟੱਡੀ ਮੇਕਸ ਬਿਗ ਡਿਫਰੈਂਸ, ਕਿ ਜਿਹੜਾ ਬੰਦਾ ਜ਼ਿਆਦਾ ਪੜ੍ਹਿਆ ਉਹਦੇ ਪੈਸੇ ਵੱਧ ਹੋਣੇ ਚਾਹੀਦੇ ਆ, ਪਰ ਇੰਨੇ ਵੀ ਨਹੀਂ ਵੱਧ ਹੋਣੇ ਚਾਹੀਦੇ ਕਿ ਕੋਈ ਬੈਲੈਂਸ ਹੀ ਨਾ ਰਵੇ ਕਿਤੇ ਜਾ ਕੇ, ਰਾਈਟ। ਸੋ ਐਂਡ ਆਫ ਦਾ ਡੇ ਆਈ ਥਿੰਕ ਜਿਹੜੀ ਫਿਕਸ ਕਰਨ ਦੀ ਗੱਲ ਹੈਗੀ ਇਹ ਸਾਡੇ ਆਪਣੇ ਵਿੱਚ ਹੀ ਹੁੰਦੀ ਹੈ ਸਾਰਿਆਂ ਪਾਸੇ। ਹੁਣ ਇੱਕ ਦੂਜੇ ਨੂੰ ਕੱਟਣਾ ਬੰਦ ਕਰਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਓਕੇ, ਜੇ ਕੋਈ ਬੰਦਾ ਕਿਤੇ 20 ਡਾਲਰ ਜਾਂ 50 ਡਾਲਰ ਤੇ ਕੰਮ ਕਰਦਾ ਆ, ਸਾਡੇ ਆਪਦੇ ਬੰਦੇ ਜਾ ਕੇ ਆਫਰ ਕਰ ਦੇਣਗੇ ਨਹੀਂ ਕੋਈ ਗੱਲ ਨਹੀਂ ਜੀ ਮੈਂ ਤੁਹਾਡਾ 15 ਚ ਕਰ ਦੂੰ। ਉਹ ਹੁਣ ਇੱਕ ਜਿਹੜਾ ਲੈਵਲ ਆ ਉਹ ਤਾਂ ਆਪ ਹੀ ਡ੍ਰੌਪ ਕਰੀ ਜਾਂਦੇ ਨੇ। ਸੋ ਹੁਣ ਜੇ ਮੈਨੂੰ ਕੋਈ ਬਿਜ਼ਨਸ ਮਿਲਦਾ ਆ ਲੈਟਸ ਸੇ 500 ਡਾਲਰ ਦਾ, 1000 ਜਾਂ 1500 ਦਾ, ਹੋ ਸਕਦਾ ਕਿ ਕੋਈ ਨਾਲ ਜਿਹੜਾ ਬੰਦਾ ਸੇਮ ਬਿਜ਼ਨਸ ਆਪਰੇਟ ਕਰਦਾ ਹੈ ਉਹ ਕਹੇ ਮੈਂ ਤਾਂ 200 ਚ ਕਰ ਦੂੰ ਜੀ। ਸੋ ਉਹਨੇ ਕੀ ਕੀਤਾ, ਉਹਨੇ ਆਪਣੇ ਪੈਰ ਵੀ ਵੱਢ ਲਏ ਤੇ ਜਿਹੜਾ ਕੋਈ ਦੂਜਾ ਕਰਦਾ ਪਿਆ ਸੀ ਉਹਨੇ ਉਹਦੇ ਵੀ ਵੱਢ ਦਿੱਤੇ। ਸੋ ਆਈ ਥਿੰਕ ਰਿਸਪੈਕਟਿਵ ਸੋਚ ਆ, ਰਿਸਪੈਕਟਿਵ ਨਾਲ ਚੱਲਣਾ ਉਹ ਬਹੁਤ ਵੱਡਾ ਕੀ ਫੈਕਟਰ ਆ। ਸੋ ਹੌਲੀ ਹੌਲੀ ਉਹ ਬਿਲਡ ਹੁੰਦਾ ਜਾਂਦਾ ਆ ਤੇ ਇੱਕ ਜਗ੍ਹਾ ਜਾ ਕੇ ਜਿੱਥੇ ਸਾਰੇ ਦਰਿਆ ਮਿਲ ਜਾਂਦੇ ਆਪਾਂ ਕਹਿੰਦੇ ਜਿਵੇਂ। ਡਾਕਟਰ ਸਿੰਘ, ਜਿਹੜਾ ਇਸੇ ਗੱਲ ਨੂੰ ਮੈਂ ਅੱਗੇ ਪੁੱਛਦਾ ਤੁਹਾਡੇ ਕੋਲੋਂ ਕਿ ਇੱਕ ਤਾਂ ਹੈਗਾ ਕਿ ਕੋਈ ਰੂਲ ਬਣ ਗਿਆ, ਕੋਈ ਕਾਨੂੰਨ ਬਣ ਗਿਆ ਕਿ ਮਾਸਕ ਪਾਉਣਾ ਹੀ ਆ। ਹਾਂਜੀ। ਜੇ ਤੁਸੀਂ ਬਿਮਾਰ ਹੋ ਗਏ, ਕਾਨੂੰਨ ਆ ਕਿ ਤੁਸੀਂ ਸਕੂਲ ਨਹੀਂ ਜਾਣਾ ਜਾਂ ਤੁਸੀਂ ਕੰਮ ਤੇ ਨਹੀਂ ਜਾਣਾ, ਘਰ ਬੈਠੋ। ਇਹ ਇੱਕ ਬੰਦੇ ਦੇ ਅੰਦਰ ਕਿੱਦਾਂ ਪੈਦਾ ਕੀਤਾ ਜਾ ਸਕਦਾ ਕਿ ਉਹ ਬਿਨਾਂ ਕਿਸੇ ਕਾਨੂੰਨ ਤੋਂ, ਕਿਸੇ ਵੀ ਗੱਲ ਤੋਂ ਆਪਣੀ ਜ਼ਿੰਮੇਵਾਰੀ ਸਮਝੇ, ਰਿਸਪੌਂਸਿਬਿਲਟੀ ਸਮਝੇ ਕਿ ਮੈਂ ਆਪ ਹੀ ਨਹੀਂ, ਮੈਂ ਦੂਜਿਆਂ ਨੂੰ ਵੀ ਬਚਾਉਣਾ। ਜੇ ਮੈਂ ਬਿਮਾਰ ਆ, ਮੈਂ ਘਰ ਬੈਠਾ ਨਾ ਜਾਵਾਂ। ਕੋਵਿਡ ਦੇ ਦੌਰਾਨ ਇਹ ਗੱਲ ਵੀ ਵੈਸੇ ਜਨਰਲ ਵੀ ਇਦਾਂ ਹੀ ਚਾਹੀਦੀ ਹੈ, ਪਰ ਇਸ ਵੇਲੇ ਬਹੁਤ ਜ਼ਿਆਦਾ ਇਹ ਉੱਭਰ ਕੇ ਸਾਹਮਣੇ ਆਈ ਹੈ। ਇਹਦੇ ਬਾਰੇ ਥੋੜਾ ਜਿਹਾ ਦੱਸਿਓ। ਇਹ ਸ਼ੁਰੂ ਤੋਂ ਘਰੋਂ ਹੁੰਦਾ, ਜਿਹੜਾ ਆਪਣੇ ਹੁਣ ਸਾਡੇ ਬੱਚੇ ਹੋਏ ਆ, ਪੇਰੈਂਟਸ ਦੇ ਤੌਰ ਤੇ ਮੇਰਾ ਫਰਜ਼ ਬਣਦਾ ਹੈਗਾ ਬੱਚਿਆਂ ਨੂੰ ਸਮਝਾਉਣਾ ਕਿ ਆਪਾਂ ਇਸ ਹਿਸਾਬ ਦੇ ਨਾਲ ਆਪਾਂ ਲਾਈਫ ਜੀਣੀ ਹੈਗੀ ਆ। ਐਂਡ ਗਾਂ ਜਿੱਦਾਂ ਬੱਚੇ ਵੱਡੇ ਹੁੰਦੇ ਉਹਨਾਂ ਨੂੰ ਸੇਮ ਸਿੱਖਿਆ ਦੇ ਕੇ ਉਹਨਾਂ ਨੂੰ ਪਾਲਣਾ, ਇਹ ਆਪਣਾ ਪੇਰੈਂਟਸ ਦੇ ਤੌਰ ਤੇ ਫਰਜ਼ ਹੈਗਾ। ਸੈਕੰਡ ਚੀਜ਼ ਹੈਗੀ ਆਪਣੀ ਰਿਸਪੌਂਸਿਬਿਲਿਟੀ ਇੱਕ ਦੂਜੇ ਨੂੰ ਦੋਸਤੀ ਦੇ ਵਿੱਚ ਵੀ ਹੈਗੀ ਆ। ਯਾਰ ਦੋਸਤ ਆਪਾਂ ਬੈਠੇ ਗੱਲਾਂ ਕਰ ਰਹੇ ਆ, ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਮੈਂ ਅੱਜ ਤਾਂ 2 ਲੱਖ ਦੀ ਕਾਰ ਕਢਾਈ ਹੈ, ਤੇਰੇ ਕੋਲ ਤਾਂ ਟੁੱਟੀ ਜੀ ਟੋਯੋਟਾ ਹੈਗੀ ਆ, ਰਾਈਟ। ਉਹ ਚੀਜ਼ ਆਪਾਂ ਜਦੋਂ ਕੰਪੇਅਰ ਕਰਨ ਲੱਗ ਪੈਂਦੇ ਆ, ਕੰਪੀਟੀਸ਼ਨ ਵੱਧਦੀ ਆ। ਕੋਈ ਵੀ ਕਿਸੇ ਦੇ ਘਰੇ ਜਾ ਕੇ ਬੈਠ ਕੇ ਦੇਖ ਲਓ, ਅੱਗੇ ਕੋਵਿਡ ਤੋਂ ਪਹਿਲਾਂ ਤਾਂ ਡੈਫੀਨਿਟਲੀ ਸੀਗਾ, ਰਾਈਟ, ਕਿ ਆਪਾਂ ਘੱਟ ਜਾਂਦੇ ਹੁੰਦਾ ਮੇਰੀਆਂ ਗਲਾਸੀਆਂ ਵੱਡੀਆਂ, ਮੇਰੀ ਸ਼ਰਾਬ ਦੀ ਬੋਤਲ ਵੱਡੀ ਆ, ਮੇਰਾ ਘਰ ਵੱਡਾ, ਮੇਰਾ 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 ਮੇਰਾ। ਸੋ ਉਹ ਆਪਾਂ ਜੋ ਇੱਦਾਂ ਕਰੀ ਜਾਂਦੇ ਆ ਉੱਥੇ ਕੰਮ ਖਰਾਬ ਹੁੰਦਾ, ਰਾਈਟ। ਸੋ ਆਪਾਂ ਸੁਸਾਇਟੀ ਨੂੰ ਢਾਹ ਲੈਂਦੇ ਆ। ਆਪਣੀ ਹਿਸਟਰੀ ਦੇ ਵਿੱਚ 2 ਬਹੁਤ ਵੱਡੇ ਐਗਜ਼ਾਮਪਲ ਆਏ ਹੈਗੇ ਆ। ਗੁਰੂ ਨਾਨਕ ਦੇਵ ਜੀ ਹੋਣੀ ਆਪਾਂ ਸਾਰਿਆਂ ਨੂੰ ਕਿਹਾ ਕਿ ਆਪਾਂ ਇੱਕ ਰੱਬ ਦੇ ਬੱਚੇ ਹੈਗੇ ਆ, ਰਾਈਟ। ਸੋ ਜਦ ਆਪਾਂ ਇੱਕੋ ਹੀ ਹੈਗੇ ਆ, ਕੰਪੀਟੀਸ਼ਨ ਕਰਦਾ। ਸੈਕੰਡ ਚੀਜ਼ ਹੈਗੀ ਆਪਾਂ ਨੂੰ ਹਰ ਚੀਜ਼ 'ਚ ਸੋਚਣ ਨੂੰ ਕਿਹਾ ਕਿ ਸਰਬੱਤ ਦਾ ਭਲਾ ਸੋਚੋ। ਸਿੱਖਾਂ ਲਈ ਤਾਂ ਬਹੁਤ ਸੌਖੀ ਆ, 2 ਚੀਜ਼ਾਂ ਆਪਾਂ ਨੂੰ ਸ਼ੁਰੂ ਤੋਂ ਦੱਸੀਆਂ ਜਾਂਦੀਆਂ ਹੈਗੀਆਂ, ਐਂਡ ਆਪਾਂ ਉਹ ਚੀਜ਼ਾਂ ਛੱਡ ਕੇ ਤਾਂ ਹੋਰ ਕੰਪੀਟੀਸ਼ਨ ਤੇ ਦੌੜਦੇ ਆ। ਸਰਬੱਤ ਦੇ ਭਲੇ ਜੀ ਸਾਰਾ ਕੁਝ ਆ ਗਿਆ, ਸਾਰਾ ਹੈਗਾ, ਰਾਈਟ। ਥਰਡ ਚੀਜ਼ ਹੈਗੀ ਜਿਹੜੇ ਆਪਣੇ ਹਿਸਟੋਰੀਕਲ ਰੈਫਰੈਂਸਿਸ ਹੈਗੇ ਆ, ਆਪਣੇ ਐਗਜ਼ਾਮਪਲ ਜਿਹੜੇ ਆ। ਸਭ BBC UK ਦੇ ਵਿੱਚ ਵਾਲਿਆਂ ਨੇ ਉਹਨੇ ਸਟੱਡੀ ਕੀਤੀ ਸੀਗੀ ਕਿ ਸਭ ਤੋਂ ਇਸ ਵੇਲੇ ਹਿਸਟਰੀ ਦੇ ਵਿੱਚ ਸਭ ਤੋਂ ਬੈਸਟ ਲੀਡਰ ਕੌਣ ਸੀਗਾ। ਬੁੱਝੋ ਕਿਹਨੂੰ ਨਹੀਂ ਸਮਝਿਆ? ਮਹਾਰਾਜਾ ਰਣਜੀਤ ਸਿੰਘ। ਵਾਹ। ਹਾਂਜੀ। ਚਰਚਲ ਵਗੈਰਾ ਸਾਰੇ ਛੱਡ ਕੇ ਉਹਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਚੁਣਿਆ ਹੈਗਾ ਕਿ ਸਭ ਤੋਂ ਬੈਸਟ ਲੀਡਰ ਇਹ ਸੀਗਾ। ਉਹ ਜਾਤ ਪਾਤ ਦੀ ਨਹੀਂ ਸੀ ਕੇਅਰ ਕਰਦੇ, ਧਰਮ ਦੀ ਕੇਅਰ ਨਹੀਂ ਸੀ ਕਰਦੇ ਕਿ ਸਿੱਖ ਚੰਗੇ ਆ, ਮੁਸਲਮਾਨ ਚੰਗੇ, ਹਿੰਦੂ ਚੰਗੇ ਆ, ਗੋਰੇ ਚੰਗੇ ਆ, ਕ੍ਰਿਸਚਨ ਚੰਗੇ। ਉਹਨਾਂ ਦੀ ਕੋਰਟ ਦੇ ਵਿੱਚ, ਉਹਨਾਂ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਇਕੁਅਲ ਜਗ੍ਹਾ ਦਿੱਤੀ ਜਾਂਦੀ ਸੀਗੀ। ਜਿਹੜੇ ਸਭ ਤੋਂ ਮੇਨ ਜਿਹੜੇ ਉਹਨਾਂ ਦੇ ਜਨਰਲ ਹਰੀ ਸਿੰਘ ਨਲੂਏ ਉਹਨਾਂ ਤੋਂ ਬਾਅਦ ਦੇ ਜਿਹੜੇ ਸੀ ਉਹਨਾਂ ਦੇ ਗੋਰੇ ਸੀਗੇ। ਉਹਨੇ ਨੈਪੋਲੀਅਨ ਦੀ ਆਰਮੀ ਚੋਂ ਚੁਣ ਕੇ ਲਿਆਂਦੇ ਆਪਣੀ ਮਿਲਟਰੀ ਨੂੰ ਥੋੜ੍ਹੀ ਤੇਜ਼ ਕਰਨ ਲਈ। ਜਿਹੜੇ ਆਪਣੇ ਦੀਵਾਨ ਚੰਦ ਹੋਣੀ ਸੀਗੇ ਉਹ ਹਿੰਦੂ ਰੱਖੇ ਸੀਗੇ, ਵਿੱਚ ਮੁਸਲਮਾਨ ਵੀ ਸੀਗੇ। ਸੋ ਜਦੋਂ ਪੈਸੇ ਦਾ ਮਾਮਲਾ ਹੁੰਦਾ ਸੀ ਉਹ ਇਹ ਨਹੀਂ ਸੀ ਕਹਿੰਦੇ ਕਿ ਸਿੱਖਾਂ ਦੇ ਹੱਥ 'ਚ ਹੋਵੇ। ਸੋ ਸਾਰਿਆਂ ਦੇ ਜਦੋਂ ਆਪਾਂ ਇਹ ਜਸਟ ਇਕੁਅਲ ਸੁਸਾਇਟੀ ਕਰ ਦਿੰਦੇ ਹੈਗੇ ਆ, ਦੈਨ ਸਾਰੇ ਫਿਰ ਰਾਜ ਵੀ ਪ੍ਰੋਪਰ ਹੋ ਹੀ ਜਾਂਦਾ ਹੈਗਾ। ਜਦੋਂ ਆਪਾਂ ਦੇਖਦੇ ਹਾਂ ਕਿ ਮੈਂ ਪਾਵਰ 'ਚ ਆ ਗਿਆ, ਮੈਂ ਆਪਦੇ ਬੇਟੇ ਨੂੰ ਵੀ ਜੋਬ ਦੇ ਦੇਵਾਂ, ਆਪਦੀ ਬੇਟੀ ਨੂੰ ਵੀ ਜੋਬ ਦੇ ਦੇਵਾਂ, ਮੇਰੇ ਤਾਏ ਦੇ ਨਿਆਣੇ ਹੈਗੇ ਉਹਨਾਂ ਨੂੰ ਵੀ ਦੇ ਦਾਂ। ਜਦੋਂ ਇੱਦਾਂ ਦੀਆਂ ਗੱਲਾਂ ਚੱਲਣ ਲੱਗ ਪੈਂਦੀਆਂ ਫਿਰ ਉਹ ਇਹ ਹੁੰਦਾ ਕਿ ਮੇਰਾ ਹੋਣ ਲੱਗ ਪੈਂਦਾ। ਉਹ ਚੀਜ਼ ਆਪਣੀ ਛੱਡਣੀ ਪੈਣੀ। ਜਿਹੜੀ ਆਪਣੀ
ਅੱਜ ਤੋਂ 100-200 ਸਾਲ ਪਹਿਲਾਂ ਜਿਹੜੇ ਆਪਣੇ ਪੰਜਾਬੀਆਂ ਦੇ ਵਿੱਚ ਸਰਦਾਰੀ ਦੀ ਸੋਚ ਸੀਗੀ, ਆਪਾਂ ਤਾਂ ਬਹੁਤ ਚਿਰਾਂ ਦੀ ਛੱਡ ਗਏ ਹਾਂ। ਪਰ ਸਰਦਾਰੀ ਸੀਗੀ ਕਿ ਲੀਡਰਸ਼ਿਪ ਫੇਅਰ ਹੋਣੀ ਚਾਹੀਦੀ ਆ। ਕੋਈ ਵੀ ਦੇਖ ਲੈਂਦਾ ਸੀ। ਹੁਣ ਆਪ ਪਤਾ ਹੈਗਾ ਕਿ ਸਰਦਾਰ ਜੀ ਨੂੰ ਜਾ ਕੇ ਪੁੱਛ ਲਓ ਕਿ ਉਹ ਜੋ ਫੈਸਲਾ ਦੇ ਦੇਣਗੇ ਠੀਕ ਆ। ਪਤਾ ਸੀ ਕਿ ਸਰਦਾਰ ਨੂੰ ਮਿਲੇ ਆ, ਉਹਨੇ ਫਿਰ ਆਪਾਂ ਨੂੰ ਸਮਝੌਤਾ ਕਰਵਾ ਦੇਣਾ ਹੈਗਾ, ਕਿਸੇ ਪੱਖਪੂਰ ਨਹੀਂ ਉਹ ਨਹੀਂ ਕਰਨਾ। ਹੁਣ ਉਦਾਂ ਦੇ ਸਰਦਾਰ ਕਿੱਥੇ ਗਏ ਆ? ਹੈਗੇ ਆ, ਪਰ ਮੋਰੇ ਲੀਡਰਸ਼ਿਪ ਨਹੀਂ ਕਰਦੇ। ਦੈਟਸ ਵਾਟ ਵੀ ਨੀਡ। ਇੱਕ ਕੋਵਿਡ ਦੇ ਵਿੱਚ ਮੈਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਕੁਝ ਦੇਸ਼ ਜਿਵੇਂ ਇੰਡੀਆ ਆ, ਉੱਥੇ ਜਿਹੜਾ ਗਰੀਬ ਬੰਦਾ ਆ ਉਹ ਵਿਚਾਰੇ ਨੂੰ ਤਾਂ ਰੋਟੀ ਵੀ ਨਹੀਂ ਮਿਲੀ, ਉਹਨੇ ਅੱਜ ਕੰਮ ਕਰਨਾ, ਰੋਟੀ ਉਹਨੇ ਕਮਾਉਣੀ ਆ। ਚਲੋ ਉੱਥੇ ਮੰਨ ਲੈਂਦੇ ਆ ਕਿ ਚੰਗੇ ਫੂਡ ਦੇ ਲੈਵਲ ਦੇ ਉੱਤੇ ਇਨਇਕੁਐਲਿਟੀ ਆ ਕੋਵਿਡ ਦੇ ਵਿੱਚ ਉਹ ਜ਼ਿਆਦਾ ਹੋ ਗਈ, ਕਿਉਂਕਿ ਜਿਹੜਾ ਕੰਮ ਕਰਦਾ ਸੀ ਉਹਦੇ ਕੋਲ ਹੀ ਸੀਗਾ। ਕੀ ਇਹ ਇਨਇਕੁਐਲਿਟੀ ਕੈਨੇਡਾ ਦੇ ਵਿੱਚ ਵੀ ਹੈਗੀ ਆ? ਕੋਵਿਡ ਦੇ ਦੌਰਾਨ ਕੋਈ ਇਦਾਂ ਦੀ ਗੱਲਬਾਤ ਇੱਥੇ ਕਿ ਇੱਕ ਹੈਲਦੀ ਫੂਡ ਤੱਕ ਐਕਸੈਸ ਕਿਹੜੇ ਬੰਦੇ ਦਾ ਜ਼ਿਆਦਾ, ਜਾਂ ਸਾਰਿਆਂ ਨੂੰ ਹੀ ਸੋਹਣੀ ਰੋਟੀ ਇੱਥੇ ਮਿਲਦੀ ਆ, ਖਾਣਾ ਮਤਲਬ ਮਿਲਦਾ ਫੂਡ? ਸੋ ਆਪਾਂ ਕੋਵਿਡ ਦੇ ਵਿੱਚ ਦੇਖਿਆ ਹੈਗਾ ਕਿ ਜਿਹੜਾ ਲੋਕਾਂ ਦੇ ਕੋਲ ਪੈਸਾ ਸੀਗਾ ਉਹ ਪ੍ਰੋਪਰ ਫੂਡ, ਜਿਹੜਾ ਹੈਲਥੀ ਫੂਡ ਹੈਗਾ, ਉਹ ਆਮ ਖਰੀਦ ਸਕਦੇ ਸੀਗੇ ਕੈਨੇਡਾ ਦੇ ਵਿੱਚ। ਜਿਹੜੇ ਆਮ ਜਨਤਾ ਹੈਗੀ ਆ, ਜਿਹੜੇ ਕਿ ਮਿਨੀਮਮ ਵੇਜ ਤੇ ਕੰਮ ਕਰ ਰਹੇ ਜਾਂ ਆਪਣੇ ਡਿਸੇਬਿਲਿਟੀ ਬੈਨੀਫਿਟਸ ਲੈ ਰਹੇ ਹੈਗੇ ਆ, ਉਹ ਪ੍ਰੋਪਰ ਫੂਡ ਅਫੋਰਡ ਨਹੀਂ ਕਰ ਸਕਦੇ। ਉਹਨਾਂ ਨੂੰ ਫਾਸਟ ਫੂਡ ਅਫੋਰਡ ਹੁੰਦਾ। ਫਾਸਟ ਫੂਡ ਆਪਾਂ ਨੂੰ ਪਤਾ ਹੈਗਾ ਕਿ ਨਹੀਂ ਹੈਲਥੀ। ਜਦੋਂ ਆਪਾਂ ਫਾਸਟ ਫੂਡ ਖਾਂਦੇ ਹਾਂ, ਮੋਟਾਪਾ ਹੁੰਦਾ, ਬਲੱਡ ਪ੍ਰੈਸ਼ਰ ਵੱਧਦਾ, ਕੋਲੈਸਟਰੋਲ ਵੱਧਦਾ, ਡਾਇਬੀਟੀਜ਼ ਹੁੰਦੀ ਆ, ਉਹਦੇ ਨਾਲ ਕੋਵਿਡ ਦਾ ਰਿਸਕ ਵੱਧਦਾ। ਕਈ ਇੱਥੇ ਸ਼ੌਕ ਨੇ ਫਾਸਟ ਫੂਡ ਖਾਂਦੇ, ਜਿਹੜੇ ਹੈਲਦੀ ਫੂਡ ਕਿਹਨੂੰ ਕਵਾਂਗੇ ਅਸੀਂ, ਕਿਉਂਕਿ ਆਮ ਹੀ ਜਿਹਦੇ ਕੋਲੇ ਪੈਸੇ ਹੈਗੇ ਆ ਉਹ ਵੀ ਤਾਂ 버ਗਰ ਤੇ ਇਹ ਨਹੀਂ ਹੈਗਾ ਕਿ ਜਿਹੜੇ ਅਮੀਰ ਬੰਦੇ ਕਿ ਉਹੀ ਹੈਲਥੀ ਆ। ਅਮੀਰ ਬੰਦੇ ਐਕਚੁਅਲੀ ਸਭ ਤੋਂ ਬਿਮਾਰ ਵੀ ਜ਼ਿਆਦਾ ਹੈਗੇ ਆ, ਰਾਈਟ। ਸੋ ਜਿਹੜੇ ਆਪਣੇ ਕੋਲੈਸਟਰੋਲ, ਡਾਇਬੀਟੀਜ਼ ਦਾ, ਬਲੱਡ ਪ੍ਰੈਸ਼ਰ, ਇਹ ਅਮੀਰਾਂ ਦੀ ਨਿਸ਼ਾਨੀ ਹੈਗੀ ਆ। ਇੱਥੇ ਹੈਲਥੀ ਫੂਡ ਤੱਕ ਐਕਸੈਸ ਕਿਹਦੀ ਸੀ, ਜਾਂ ਹੈਲਦੀ ਫੂਡ ਕਿਹਨੂੰ ਕਹਿੰਦੇ ਆ? ਹੈਲਥੀ ਫੂਡ ਮੋਸਟਲੀ ਹੈਗਾ ਸਿੰਪਲ ਫੂਡ, ਜਿਹੜਾ ਮੋਸਟਲੀ ਵੈਜੀਟੇਰੀਅਨ ਚਾਹੀਦਾ। ਥੋੜ੍ਹੇ ਵਾਲਾ ਪ੍ਰੋਟੀਨ ਜੇ ਮੀਟ ਕੋਈ ਖਾਂਦਾ ਹੈਗਾ ਉੱਥੋਂ ਹੋ ਗਈ, ਪਰ ਉਹ ਵੀ ਹੈਲਥੀ ਮੀਟ ਚਾਹੀਦਾ ਜਿਹਦੇ ਵਿੱਚ ਲੋ ਫੈਟ ਹੈਗਾ। ਫਰੂਟ ਰੋਜ਼ ਚਾਹੀਦਾ ਹੈਗਾ, ਐਂਡ ਸਿੰਪਲ ਦਾਲ ਰੋਟੀ ਵੀ ਆਪਾਂ ਹੈਲਥੀ ਕਹਿੰਦੇ ਹੈਗੇ ਆ, ਰਾਈਟ। ਸੋ ਇਹ ਚੀਜ਼ਾਂ ਜਿਹਨੂੰ ਅਸੀਂ ਛੱਡ ਰਹੇ ਹਾਂ, ਮਤਲਬ ਉਹ ਜ਼ਿਆਦਾ ਚੰਗਾ ਆ। ਪਰ ਆਪਾਂ ਛੱਡ ਕਿਉਂ ਰਹੇ ਹਾਂ? ਗੱਲ ਇਹ ਪੁੱਛਣ ਵਾਲੀ ਆ। ਛੱਡ ਰਹੇ ਹੈਗੇ ਕਿ ਮਾਰਕੀਟਿੰਗ ਪ੍ਰੋਪਰ ਹੋ ਰਹੀ ਆ। ਹੁਣ ਜੇ ਤੁਸੀਂ ਕੈਂਪੇਨ ਸ਼ੁਰੂ ਕਰ ਦਿਓ ਕਿ ਦਾਲ ਰੋਟੀ ਦੀ ਆਪਾਂ ਮਾਰਕੀਟਿੰਗ ਕਰਨੀ ਆ, ਮੈਂ ਗਰੰਟੀ ਦਿੰਦਾ ਕਿ ਜੇ ਆਪਾਂ ਪ੍ਰੋਪਰ ਹੈਲਥ ਪਰਸਪੈਕਟਿਵ ਵੱਲੋਂ ਦੇਖਦੇ ਹੈਗੇ ਆ, ਦੈਨ ਦਾਲ ਰੋਟੀ ਦੀ ਉੱਪਰ ਤੇ ਜਾਣੇ ਆ ਸਾਰੇ ਤੋਂ। ਕਿਆ ਬਾਤ, ਰਾਈਟ। ਜੇ ਹੁਣ ਆਪਾਂ ਸੋਚਦੇ ਹੈਗੇ ਕਿ ਆਪਾਂ ਪ੍ਰੋਫਿਟ ਬਣਾਉਣਾ ਹੈਗਾ, ਐਂਡ ਬਿਗ ਮੈਕ ਦੀ ਐਡਵਰਟਾਈਜ਼ਿੰਗ ਕਰੀ ਜਾਓ, ਨਾਲ ਪੈਪਸੀ ਹੋ ਗਿਆ, ਸ਼ੇਕ ਹੋ ਗਿਆ, ਫਰਾਈਜ਼ ਹੋ ਗਏ, ਉਹ 'ਚ ਆਪਣਾ ਪ੍ਰੋਫਿਟ ਜ਼ਿਆਦਾ ਹੋ ਜਾਣਾ। ਸੋ ਆਪਾਂ ਉਹਨੂੰ ਵਧਾ ਦਿੰਦੇ ਹਾਂ, ਲੋਕੀ ਆਪੇ ਮੰਨਣ ਲੱਗ ਪੈਣਗੇ ਇਹ ਠੀਕ ਹੈਗੇ ਆ, ਜਿੱਦਾਂ ਕਿ ਲੱਪ ਹੈਗੇ ਉਹ ਆਲਰੇਡੀ ਕਰਦੇ ਆ। ਜਾਂ ਆਪਣੇ ਮਠਿਆਈ ਵਾਲੀਆਂ ਸ਼ਾਪਾਂ ਆ, ਹੁਣ ਮੂਹਰੇ ਦੀਵਾਲੀ ਆਉਣ ਵਾਲੀ ਆ, ਐਡਵਰਟਾਈਜ਼ਿੰਗ ਸ਼ੁਰੂ ਹੋਣ ਲੱਗ ਪੈਣੀ ਆ, ਐਂਡ ਹਜ਼ਾਰਾਂ ਦੇ ਹਿਸਾਬ ਦੇ ਨਾਲ। ਇਹ ਨਾ ਕਿਉਂਕਿ ਮੈਂ ਆਪਣੇ ਬਿਜ਼ਨਸ ਨੂੰ ਭੰਡ ਰਿਹਾ ਹੈਗਾ, ਪਰ ਇਹ ਮੇਰੀ ਜਦੋਂ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਹੈਗੀਆਂ, ਮੇਰੀ ਬਿਜ਼ਨਸ ਵੱਧਦੀ ਆ, ਰਾਈਟ। ਮੈਂ ਆਪਣੇ ਆਪ ਨੂੰ ਘਾਟਾ ਪਾਉਣ ਦੀ ਗੱਲ ਕਰ ਰਿਹਾ ਹੈਗਾ। ਬਿਮਾਰ ਜ਼ਿਆਦਾ ਹੁੰਦੇ ਤੁਹਾਡੇ ਕੋਲ। ਐਗਜ਼ੈਕਟਲੀ, ਰਾਈਟ। ਸੋ ਜੇ ਹੁਣ ਆਪਾਂ ਨੂੰ ਚਾਹੀਦਾ ਹੈਗਾ ਕਿ ਜਿਹੜੇ ਆਪਣੇ ਸੋਸ਼ਲ ਸੈਲੀਬ੍ਰੇਸ਼ਨਸ ਵਗੈਰਾ ਵੀ ਹੈਗੇ ਆ, ਉਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਕੰਟਰੋਲ ਕਰੀਏ। ਬਿਮਾਰੀ ਹੁਣ ਕੋਵਿਡ ਫੈਲ ਕਿੱਦਾਂ ਰਹੀ ਹੈ? ਜ਼ਿਆਦਾ ਸੋਸ਼ਲ ਇੰਟਰੈਕਸ਼ਨ ਦੇ ਨਾਲ। ਵਿਆਹ ਸਭ ਤੋਂ ਵੱਡੇ ਕੌਣ ਕਰਦੇ ਆ? ਆਪਾਂ ਕਰਦੇ ਆ। ਹੁਣ ਮੇਰੇ ਵਿਆਹ ਤੇ ਸਾਡੇ ਲਾਵਾਂ ਦੇ ਟਾਈਮ ਤੇ 1200 ਬੰਦਾ ਸੀਗਾ ਗੁਰਦੁਆਰੇ ਦੇ, ਰਾਈਟ। ਐਂਡ ਉਹ ਨਾਰਮਲ ਵਿਆਹ ਹੈਗਾ, ਐਂਡ ਅੱਜ ਕੱਲ੍ਹ ਉਦੋਂ ਵੀ ਵੱਡੇ ਹੋ ਰਹੇ ਆ, ਰਾਈਟ। ਕਈਆਂ ਨੇ ਤਾਂ ਜਾਣ ਕੇ ਧੱਕੇ ਦੇ ਨਾਲ ਹੁਣ ਸੈਲੀਬ੍ਰੇਸ਼ਨ ਕਰਵਾਈ ਹੈ, ਚੋਰੀ। ਹਾਲੇ ਕਿ ਪਤਾ ਹੈ ਕਿ 50 ਬੰਦਿਆਂ ਤੋਂ ਵੱਧ ਆਪਾਂ ਨਹੀਂ ਕਰ ਸਕਦੇ ਇਕੱਠੇ। ਮੈਨੂੰ ਐਗਜ਼ਾਮਪਲ ਦਾ ਪਤਾ ਹੈਗਾ ਕਿ ਜਿੱਥੇ ਗੁਰਦੁਆਰਿਆਂ ਨੇ ਕਿਹਾ ਕਿ ਨੋ, ਇਦੋਂ ਵੱਧ 50 ਬੰਦੇ ਤੋਂ ਵੱਧ ਆਪਾਂ ਲਿਆ ਨਹੀਂ ਸਕਦੇ, ਉਹਨੇ ਗੁਰਦੁਆਰਾ ਚੇਂਜ ਕਰ ਲਿਆ। ਵਾਹ। ਇਹ ਮੈਨੂੰ ਇੱਕ ਵਾਰੀ ਮੈਂ ਫਿਰ ਦੁਬਾਰਾ ਇਹ ਸੋਸ਼ਲ ਰਿਸਪੌਂਸਿਬਿਲਿਟੀ ਤੇ ਵੀ ਆਉਂਦੇ। ਮੈਂ ਹਰਦੀਪ ਹੁਣਾਂ ਤੋਂ ਵੀ ਇਹੀ ਗੱਲ ਪੁੱਛਦਾ, ਪਰ ਥੋੜ੍ਹਾ ਜਿਹਾ ਮੈਨੂੰ ਦੱਸਿਓ ਵੀ ਤੁਹਾਡੀ ਗੱਲ ਬੜੀ ਕਮਾਲ ਦੀ ਲੱਗੀ। ਦਾਲ ਰੋਟੀ ਸੱਚਮੁੱਚ ਆ ਪੀਜ਼ਾ, 버ਗਰ, ਫਰਾਈਜ਼ ਤੇ ਕੋਕ ਨਾਲੋਂ ਚੰਗੀ ਹੈ ਜੀ? 100%। ਬਗੈਰ ਮੈਂ ਆਰਗੂਮੈਂਟ ਕਰਨਾ ਹੀ ਨਹੀਂ ਚਾਹੁੰਦਾ ਕਿ ਇਹ 100% ਠੀਕ ਹੈਗੀ ਆ।
ਰਾਈਟ ਸੋ ਸਿੰਪਲ ਜਿੰਨਾ ਆਪਾਂ ਨਾ ਸਿੰਪਲ ਖਾਣਾ ਖਾਂਦੇ ਆ ਬੈਲੈਂਸ ਹੋਵੇ ਥੋੜਾ ਥੋੜਾ ਹਰ ਚੀਜ਼ ਦਾ ਖਾਈ ਜਾਓ ਬਹੁਤਾ ਫੈਟ ਨਹੀਂ ਹੋਣਾ ਚਾਹੀਦਾ ਬਹੁਤਾ ਲੂਣ ਨਹੀਂ ਹੋਣਾ ਚਾਹੀਦਾ ਬਹੁਤਾ ਮਿਰਚ ਨਹੀਂ ਹੋਣੀ ਚਾਹੀਦੀ ਇਟਸ ਪਰਫੈਕਟ ਹਰੀ ਵੀ ਇਹ ਕਿਉਂ ਕੋਵਿਡ ਨੇ ਕਹਿੰਦੇ ਉਹਨਾਂ ਲੋਕਾਂ ਨੂੰ ਜ਼ਿਆਦਾ ਅਸਰ ਪਾਇਆ ਜਿਹੜੇ ਹੈਲਦੀ ਨਹੀਂ ਸੀ ਮੋਟਾਪਾ ਸੀਗਾ ਓਵਰਵੇਟ ਸੀਗੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਕੀਤਾ ਹਾਂਜੀ ਇਹ ਫਿਰ ਇਹ ਅਸੀਂ ਕਿਉਂ ਉਧਰਲੇ ਪਾਸੇ ਜਾਂਦੇ ਜਾਂ ਉਹ ਚੀਜ਼ ਦੀ ਹੋਈ ਕਿਉਂ ਜਿਵੇਂ ਦੂਜੇ ਸ਼ਬਦਾਂ 'ਚ ਪੁੱਛਾਂ ਵੀ ਮੈਕਡੋਨਲਡ ਵਾਲੇ ਦਾਲ ਰੋਟੀ ਕਿਉਂ ਨਹੀਂ ਵੇਚਦੇ ਜਿਹੜੀ ਲੋਕਾਂ ਦਾ ਵੀ ਭਲਾ ਹੋਵੇ ਉਹਨਾਂ ਨੂੰ ਵੀ 4 ਪੈਸੇ ਬਚੀ ਜਾਣ ਭਾਜੀ ਹੁਣ ਤੁਸੀਂ ਨਾ ਕਿਸੇ ਵੀ ਟ੍ਰੇਨਰ ਤੋਂ ਡਾਈਟ ਪਲਾਨ ਲੈ ਲਓ ਅੱਛਾ ਜੀ ਨਾਲੇ ਤੁਹਾਨੂੰ ਪੈਸੇ ਦਿਓ ਬਿਲਕੁਲ ਨਾਲੇ ਤੁਹਾਨੂੰ ਰეკਮੈਂਡ ਕੀ ਕਰੂਗਾ ਉਹ ਵੀ ਦੇਖ ਲਿਓ ਉਹਦੇ ਵਿੱਚ ਉਹਨੇ ਉਹੀ ਚੀਜ਼ਾਂ ਰეკਮੈਂਡ ਕਰਨੀਆਂ ਨੇ ਜੋ ਸਾਡੇ ਪੰਜਾਬੀਅਤ ਨਾਲ ਜੁੜੀਆਂ ਨੇ ਸ਼ਿਮਲਾ ਮਿਰਚਾਂ ਖੀਰੇ ਅੱਛਾ ਦਾਲਾਂ ਚੌਲ ਬਦਾਮ ਚਿਕਨ ਠੀਕ ਹੈ ਜੀ ਉਹ ਜੋ ਸਾਡੇ ਪੰਜਾਬ ਦੀ ਖੇਤੀਬਾੜੀ ਦੀਆਂ ਚੀਜ਼ਾਂ ਨੇ ਨਾ ਸਾਡੇ ਮੁਲਕ ਦੀਆਂ ਉਹਨਾਂ ਦਾ ਹੀ ਉਹ ਡਾਈਟ ਪਲਾਨ ਬਣਾ ਕੇ ਦਿੰਦੇ ਨੇ ਤੇ ਉਹ ਦੇ ਕੌਣ ਰਹੇ ਨੇ ਸਾਡੇ ਆਪਣੇ ਟ੍ਰੇਨਰ ਚਾਹੇ ਉਹ ਗੋਰਾ ਚਾਹੇ ਉਹ ਪੰਜਾਬੀ ਹੈ ਮੈਂ 2017 ਦੇ ਵਿੱਚ ਮੇਰਾ ਭਾਰ 230 ਪਾਉਂਡ ਸੀਗਾ ਬੋਲੋ ਤੇ ਹੁਣ ਮੇਰਾ ਅਰਾਊਂਡ 180 ਹੋਣਾ ਹੈ ਨਾ ਵਾਹ ਤੇ ਇੱਕ ਪ੍ਰੋਸੈਸ ਫੋਲੋ ਕੀਤਾ ਕਿਸੇ ਤੋਂ ਕੋਈ ਡਾਈਟ ਨਹੀਂ ਲਈ ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ ਕਿ ਦਾਲਾਂ ਹੈਲਥੀ ਨੇ ਆ ਫੂਡ ਹੈਲਥੀ ਮੈਂ ਸਿਰਫ ਉਹਨੂੰ ਹੀ ਫੋਲੋ ਕੀਤਾ ਪ੍ਰੋਟੀਨ ਵੀ ਨਾਲ ਲੈਣ ਲੱਗ ਗਿਆ ਚਿਕਨ ਲੈ ਲਿਆ ਗੋਟ ਮੀਟ ਖਾ ਲਿਆ ਕੁਝ ਵੀ ਕਰ ਲਿਆ ਪਿਛਲੇ 3 ਸਾਲ ਤੋਂ ਆਪਣੀ ਲਾਈਫ ਉਸ ਤਰੀਕੇ ਚੇਂਜ ਕਰਤੀ ਲਾਈਫ ਸਟਾਈਲ ਬਦਲ ਲਿਆ ਰਾਈਟ ਸੋ ਉਹ ਜਿਹੜੀ ਆਪਾਂ ਗੱਲ ਕਰਦੇ ਨਾ ਕਿ ਬਦਲਾਅ ਦੀ ਕਿੱਦਾਂ ਬਦਲਾਅ ਤਾਂ ਸਾਨੂੰ ਪਤਾ ਵੀ ਇਹਦੇ ਨਾਲ ਬਦਲਾਅ ਹੋਣਾ ਪਰ ਸਾਡੀ ਜਿਹੜੀ ਜ਼ੁਬਾਨ ਆ ਜਿਹੜਾ ਸਾਡਾ ਇੱਕ ਸਵਾਦ ਆ ਅਸੀਂ ਉਹ ਨਹੀਂ ਮਾਰਨਾ ਚਾਹੁੰਦੇ ਹੁਣ ਜਿਹੜਾ ਇੱਕ ਬੰਦਾ ਸਵੇਰੇ ਉੱਠ ਕੇ ਸਮੂਦੀ ਪੀ ਸਕਦਾ ਹੈਨਾ ਹੈਲਥੀ ਉਹਨੇ ਥੋੜਾ ਕਰਨਾ ਆਲੂ ਵਾਲੇ ਪਰੌਂਠੇ ਬਣਾ ਦਿਓ ਜਾਂ ਫਿਰ ਉਹਨੇ ਕਹਿੰਦਾ ਪਾਈਨਐਪਲ ਦੇ ਭਟੂਰੇ ਆਉਂਦੇ 2 ਉਹ ਲਿਆਓ ਹੁਣ ਉਹ 2 ਭਟੂਰੇ ਤਾਂ ਖਾ ਲਏ ਪਰ 2 ਭਟੂਰੇ 15 ਦਿਨ ਨਹੀਂ ਨਿਕਲਣੇ ਅੰਦਰੋਂ ਸੋ ਆ ਚੀਜ਼ ਆ ਡਾਕਟਰ ਸਾਹਿਬ ਇਹ ਬੜਾ ਇੰਪੋਰਟੈਂਟ ਚੀਜ਼ ਆ ਇਹ ਦੇਖੋ ਕੋਵਿਡ ਨੇ ਕਿੰਨੀਆਂ ਗੱਲਾਂ ਸਾਨੂੰ ਸਿਖਾਈਆਂ ਜਿਹੜੀ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਹੁਣ ਅਮੀਰ ਬੰਦੇ ਵੀ ਇਸ ਚੀਜ਼ ਦਾ ਸ਼ਿਕਾਰ ਆ ਹੋਣਾ ਤਾਂ ਇਹ ਚਾਹੀਦਾ ਵੀ ਜਿੰਨੇ ਅਮੀਰ ਆ ਕੋਈ ਵੀ ਮੋਟਾ ਨਾ ਹੋਵੇ ਜਾਂ ਉਹ ਕੋਈ ਵੀ ਉਹਨਾਂ ਨੂੰ ਬਿਮਾਰੀ ਨਾ ਹੋਵੇ ਹਾਂਜੀ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹਦੇ ਨਾਲ ਜ਼ਿਆਦਾ ਅਸਰ ਹੋ ਸਕਦਾ ਆ ਇਦਾਂ ਦੀਆਂ ਚੀਜ਼ਾਂ ਖਾਂਦੇ ਆ ਬਹੁਤ ਸਾਰੇ ਲੋਕ ਆ ਮਤਲਬ ਮੈਂ ਆਪਣੀ ਜ਼ੁਬਾਨ ਤੇ ਘੱਟੋ ਘੱਟ ਕੰਟਰੋਲ ਨਹੀਂ ਕਰ ਸਕਦਾ ਮੈਨੂੰ ਜਿਹੜੇ ਇਹਨਾਂ ਨੇ ਕਿਹਾ ਭਟੂਰੇ ਸਵਾਦ ਲੱਗਦੇ ਜਾਂ ਉਹ ਚੀਜ਼ਾਂ ਸਵਾਦ ਲੱਗਦੀਆਂ ਕੁਦਰਤੀ ਉਹਦੇ ਨਾਲ ਵੇਟ ਵੀ ਵੱਧਦਾ ਮੈਨੂੰ ਪਤਾ ਵੀ ਆ ਵੀ ਇਹ ਨਹੀਂ ਖਾਣੇ ਚਾਹੀਦੇ ਜਿਹੜੇ ਉਹ ਅਪਰ 1% ਆ ਉਹ ਵੀ ਕਈ ਵਾਰੀ ਇਹਦੇ ਵਿੱਚ ਆ ਜਾਂਦੇ ਫਿਰ ਇਹ ਇਨਇਕੁਐਲਿਟੀ ਇੱਥੇ ਕਿੱਦਾਂ ਦੇਖਾਂਗੇ ਵੀ ਇਹਦਾ ਤਾਂ ਕੋਈ ਫਿਰ ਰਿਲੇਸ਼ਨ ਹੀ ਨਹੀਂ ਲੱਗਦਾ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਨਾਲ ਤੇ ਇਹਦੇ ਨਾਲ ਜਿਹੜੇ ਦੋ ਗੱਲਾਂ ਹੈਗੇ ਜੀ ਜਿਹੜੇ ਤਾਂ ਅਮੀਰ ਲੋਕੀ ਆ ਉਹ ਜੀਵ ਦੇ ਸਵਾਦ ਨੂੰ ਜਾਂਦੇ ਆਪਾਂ ਛੋਲੇ ਭਟੂਰਿਆਂ ਦੀ ਗੱਲ ਕੀਤੀ ਆ ਹੁਣ ਆਮ ਬੰਦਾ ਹੈਗਾ ਉਹਨੇ ਕਹਿਣਾ ਕਿ ਕਦੇ ਕਿਤਾਈ ਛੋਲੇ ਭਟੂਰੇ ਖਾ ਲਏ ਜੀ ਰਾਈਟ ਸਵਾਦ ਲਈ ਕਦੇ ਕਿਤਾਈ ਜੀ ਜਿਹੜਾ ਅਮੀਰ ਬੰਦਾ ਉਹਨੇ ਮੈਂ ਰੋਜ਼ ਖਾਣੇ ਆ ਮੈਂ ਖਾ ਸਕਦਾ ਮੈਂ ਅਫੋਰਡ ਕਰ ਸਕਦਾ ਰਾਈਟ ਨਾਲ ਕੋਕ ਪੀਣਾ ਜਾਂ ਸ਼ਰਾਬ ਗਲਾਸੀ ਲਾਉਣੀ ਹੈਗੀ ਆ ਉਸ ਤੋਂ ਬਾਅਦ ਫਿਰ ਆਪਾਂ ਡਿਜ਼ਰਟ ਵੀ ਕਰਨਾ ਹੈ 2 ਗੁਲਾਬ ਜਾਮਣਾ ਵੀ ਲੈਣੀਆਂ ਪੂਰਾ ਮਤਲਬ ਪ੍ਰੋਪਰ ਹੋਣਾ ਚਾਹੀਦਾ ਕਿ ਜੇ ਆਪਾਂ ਜਾਣਾ ਹੀ ਆ ਖਾਣ ਤਾਂ ਫਿਰ ਅੱਧੀ ਥੋੜੀ ਜਿਹੀ ਚੀਜ਼ ਖਾਣ ਦਾ ਕੀ ਫਾਇਦਾ ਹੋਇਆ ਨਾਲੇ ਅਸੀਂ ਅਫੋਰਡ ਕਰ ਸਕਦੇ ਮੈਂ ਜਾਣਦਾ ਭਾਜੀ ਇੱਕ ਪਰਸਨੈਲਿਟੀ ਨੂੰ ਮੈਂ ਜਾਣਦਾ ਮੈਂ ਨਾਮ ਨਹੀਂ ਲੈਣਾ ਜੀ ਉਹ ਚਾਹੇ ਦੁਪਹਿਰ ਆ ਚਾਹੇ ਰਾਤ ਆ ਉਹਨਾਂ ਨੇ ਆਹੀ ਕੁਛ ਹੀ ਖਾਣਾ ਜਾਂ ਤਾਂ ਜੇ 3-4 ਰੋਟੀਆਂ ਖਾ ਲੀਆਂ ਨਾਲ ਪਿੱਛੇ 2 ਪਰੌਂਠੇ ਖਾਣੇ ਆਲੂ ਵਾਲੇ ਜਾਂ ਫਿਰ ਨਾਲ ਇੱਕ ਅੱਧਾ ਭਟੂਰਾ ਖਾ ਲੈਣਾ ਸੋ ਇਹ ਇੱਕ ਕਹਿ ਲਓ ਵੀ ਹੈਬਿਟ ਡਿਵੈਲਪ ਹੋ ਗਈ ਕਿ ਨਹੀਂ ਵੀ ਮੂੰਹ ਦਾ ਸਵਾਦ ਆ ਵੀ ਬਸ ਖਾਣਾ ਹੀ ਖਾਣਾ ਚਾਹੇ ਉਹ ਤੁਹਾਨੂੰ ਡੈਮੇਜ ਹੀ ਕਰ ਰਿਹਾ ਇੱਥੇ ਵੀ ਸੋਸ਼ਲ ਰਿਸਪੌਂਸਿਬਿਲਿਟੀ ਹੈ ਹਾਂਜੀ ਸੋ ਇਹ ਆਉਂਦੀ ਹੈ ਵੱਡੀਆਂ ਕੰਪਨੀ ਜਿਹੜੀ ਮਾਰਕੀਟਿੰਗ ਕਰਦੀਆਂ ਰਾਈਟ ਸੋ ਪੀਜ਼ਾ ਕੋਕ ਵਗੈਰਾ ਮੈਕਡੋਨਲਡਸ ਦਾ ਜਿਹੜਾ ਫੂਡ ਹੈਗਾ ਕਿਉਂ ਇੰਨਾ ਪਪੂਲਰ ਹੋਇਆ ਹਰ ਮੀਡੀਆ ਤੇ ਜਾ ਕੇ ਦੇਖ ਲਓ ਉਹਨਾਂ ਦੀ ਐਡਵਰਟਾਈਜ਼ਿੰਗ ਹੋ ਰਹੀ ਹੈ ਬਿਲਕੁਲ ਕਦੇ ਵੀ ਕਿਸੇ ਦੀ ਦਾਲ ਰੋਟੀ ਦੀ ਐਡਵਰਟਾਈਜ਼ਿੰਗ ਦੇਖੀ ਹੈ ਕਿ ਨੋ ਕਦੇ ਇਹ ਸੋਚਿਆ ਕਿ ਮਾਂ ਦੀ ਪੱਕੀ ਹੱਥੋਂ ਜਿਹੜੀ ਪੱਕੀ ਰੋਟੀ ਹੈ ਉਹ ਖਾ ਕੇ ਦੇਖੋ ਕੀ ਸਵਾਦ ਬਣਦਾ ਹੈਗਾ ਨੋ ਮਾਂ ਨੇ ਤਾਂ ਐਡਵਰਟਾਈਜ਼ ਨਹੀਂ ਕਰਨੀ ਉਹਨੇ ਪਕਾ ਕੇ ਮੋਹਰੇ ਰੱਖ ਦੇਣੀ ਦਾਲ ਤੇ ਤੇ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਸਵਾਦ ਹੈਗਾ ਜਿਨ੍ਹਾਂ ਨੂੰ ਮਿਲਦੀ ਨਹੀਂ ਉਹ ਤਰਸਦੇ ਰਹਿੰਦੇ ਆ ਰਾਈਟ ਸੋ there's a difference right that's social responsibility ਬਾਕੀ ਹੈਗਾ ਜਿਹੜਾ ਆਪਾਂ ਅਮੀਰਾਂ ਦੀ ਗੱਲ ਕਰਦੇ ਸੀਗੇ ਉਹ ਵੀ ਇਹ ਨਹੀਂਗਾ ਕਿ ਉਹਨਾਂ ਕੋਲ ਪੈਸਾ ਹੈਗਾ ਤੇ ਉਹਨੀ ਪ੍ਰੋਪਰ ਡਿਸੀਜਨ ਹਰ ਟਾਈਮ ਲੈਣਾ ਹੈਗਾ ਠੀਕ ਹੀ ਕਰ ਰਾਈਟ ਉਹਨੇ ਇਹ ਦੇਖਣਾ ਕਿ ਮੈਂ ਲੋਕੀ ਦੇਖਣਗੇ ਕਿ ਮੈਂ ਬਾਹਰ ਜਾ ਰਿਹਾ ਮੈਂ ਹਰ ਰੋਜ਼ ਪਾਰਟੀ ਤੇ ਜਾ ਰਿਹਾ ਇੰਸਟਾਗ੍ਰਾਮ ਤੇ ਫੋਟੋ ਪਾਉਣੀ ਆ ਕਿ ਦੇਖ ਲਓ ਮੈਂ ਅੱਜ ਆਹ ਫੋਟੋ ਖਿੱਚੀ ਆ ਮੈਂ ਇਹਦੇ ਨਾਲ ਖਿੱਚੀ ਆ ਤੁਹਾਡੇ ਨਾਲ ਖਿੱਚੀ ਆ ਮੈਂ ਇੰਨਾ ਖਾਣਾ ਖਾ ਰਿਹਾ ਸੀ ਪਲੇਟ ਦੀ ਫੋਟੋ ਖਿੱਚ ਕੇ ਉਹ ਪਾਤੀ ਆ ਫਿਰ ਆਪਾਂ ਖੜ ਕੇ ਇੱਦਾਂ ਜਾਂ ਫੋਟੋਆਂ ਖਿਚਾਈਦੀਆਂ ਹੈਗੀਆਂ ਕਿ ਮੈਂ ਕਿੰਨਾ ਸੋਹਣਾ ਲੱਗਦਾ
मैंने किन्ने सोहने कपड़े पाए, मेरी कार किन्नी सोहनी हैगी आ, मैं आईफोन ਦੇ ਨਾਲ ਫੋਟੋ ਪਾਈ ਹੈਗੀ, ਮੈਂ ਐਂਡਰੋਇਡ ਦੇ ਨਾਲ ਨਹੀਂ ਪਾਈ ਕਰਕੇ ਮੇਰਾ ਸਟੈਂਡਰਡ ਥੋੜਾ ਜਿਹਾ ਉੱਚਾ ਹੈਗਾ। ਸੋ ਉਹਦੇ ਨਾਲ ਆਪਾਂ ਕੰਪੀਟੀਸ਼ਨ ਵਧਾ ਦਿੰਦੇ ਹੈਗੇ ਆ। ਸੋ ਜੇ ਹੋਰ ਉਹਨਾਂ ਦੇ ਕੰਪੀਟੀਸ਼ਨ 'ਚ ਬੰਦਾ ਹੈਗਾ, ਉਹਨੇ ਉਦੋਂ ਵੀ ਵੱਧ ਦੀਆਂ ਫੋਟੋਆਂ ਪਾਉਣੀਆਂ ਹੈਗੀਆਂ। ਸਿੰਪਲ ਤਾਂ ਕੋਈ ਫੋਟੋ ਪਾਉਂਦਾ ਨਹੀਂ ਹੈਗਾ, ਰਾਈਟ। ਸੋ ਇਹ ਐਂਡ ਪਲੱਸ ਆਹ ਜਿਹੜਾ ਕੋਵਿਡ ਦਾ ਟਾਈਮ ਆ, ਇਹਦੇ ਵਿੱਚ ਜਦੋਂ ਆਪਾਂ ਨੂੰ ਕਿਹਾ ਗਿਆ ਕਿ ਸੋਸ਼ਲ ਇੰਟਰੈਕਸ਼ਨ ਘਟਾਓ, ਲੋਕੀ ਜਿਹੜੇ ਫਿਰ ਸੋਸ਼ਲ ਇੰਟਰੈਕਸ਼ਨ ਦੀ ਫੋਟੋਆਂ ਪਾ ਰਹੇ ਆ, ਉਹ ਵੀ ਕੰਪੀਟੀਸ਼ਨ ਬਣਦਾ ਕਿ ਮੈਂ ਵੀ ਜਦ ਉਹ ਕਰ ਰਿਹਾ ਹੈ ਤਾਂ ਮੈਂ ਵੀ ਕਰ ਸਕਦਾ। ਜਿਹੜੀਆਂ ਇਹ ਕੰਪਨੀਜ਼ ਆ, ਜਿਹੜੇ ਫਾਸਟ ਫੂਡ ਵਾਲੀਆਂ ਜਿਹੜੀਆਂ ਲੋਕਾਂ ਨੂੰ ਕਰ ਰਹੀਆਂ, ਇਹਨਾਂ ਦੀ ਕੋਈ ਸੋਸ਼ਲ ਰਿਸਪੌਂਸਿਬਿਲਿਟੀ, ਇਹ ਵੀ ਤਾਂ ਉੱਪਰ 1% ਦੀਆਂ ਹੀ ਆ, ਇਹਨਾਂ ਦੀ ਸੋਸ਼ਲ ਰਿਸਪੌਂਸਿਬਿਲਿਟੀ ਨਹੀਂ ਹੈ ਵੀ ਉਹ ਲੋਕਾਂ ਨੂੰ ਨਾ ਮਿਸਗਾਈਡ ਕਰਕੇ ਦੇਣ ਤੇ ਠੀਕ ਖਾਣਾ ਦੇਣ। ਹੈਗੀ ਆ ਉਹ ਤਾਂ ਮੈਂ ਸ਼ੁਰੂ ਤੋਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਵੱਡੇ ਕੋਆਪਰੇਸ਼ਨਸ ਹੈਗੇ ਆ, ਆਪਾਂ ਨੂੰ ਪਬਲਿਕ ਨੂੰ ਥੋੜਾ ਜਿਹਾ ਪੋਲੀਟੀਸ਼ੀਅਨ ਨੂੰ ਕਹਿਣਾ ਪੈਣਾ ਹੈਗਾ ਕਿ ਇਹ ਉਹਨਾਂ ਨੂੰ ਉੱਤੇ ਵੀ ਥੋੜਾ ਜਿਹਾ ਕੰਟਰੋਲ ਕਰੋ। ਕਿਉਂ ਨਹੀਂ ਜੀ ਸੌਰੀ। ਤੇ ਜੇ ਦਾ ਦੂਜਾ ਪਾਸਾ ਦੇਖ ਲਿਆ ਜਾਵੇ, ਸਾਡੇ ਸਭ ਤੋਂ ਵੱਧ ਮਠਿਆਈ ਦੀਆਂ ਦੁਕਾਨਾਂ ਆ, ਹਾਂਜੀ, ਉਹ ਆਪਣੇ ਲੋਕਾਂ ਦੇ ਵਿੱਚ ਸਭ ਤੋਂ ਵੱਧ ਡਾਇਬੀਟੀਜ਼ ਆ, ਆਪਣੇ ਮੋਟਾਪਾ ਆ। ਇਹ ਹੁਣ ਕਿ ਇਹ ਕੀ ਉਹਨਾਂ ਦੀ ਕੋਈ ਮਾੜੀ ਮੋਟੀ ਜ਼ਿੰਮੇਵਾਰੀ ਹੈਗੀ? ਕਿਉਂਕਿ ਗੱਲ ਫਿਰ ਉੱਥੇ ਹੀ ਆਉਂਦੀ, ਜਿਹੜਾ ਬੰਦਾ ਅਨਫਿਟ ਆ ਉਹਨੂੰ ਕੋਵਿਡ ਜ਼ਿਆਦਾ ਅਸਰ ਕਰ ਰਿਹਾ, ਫਿਟ ਜਿਹੜਾ ਥੋੜਾ ਜਿਹਾ ਬਚ ਰਿਹਾ। ਤੇ ਆ ਜਿਹੜਾ ਜਿਹਨੂੰ ਕਹਿੰਦੇ ਡਾਇਬੀਟੀਜ਼ ਜਾਂ ਦੂਜੀਆਂ ਚੀਜ਼ਾਂ ਆ, ਉਹ ਬਹੁਤ ਸਾਰੀਆਂ ਉਹਨਾਂ ਦਾ ਐਕਚੁਅਲ ਰਿਸਕ ਜਿਹੜਾ ਹੁਣ ਦੋ ਟਵਿਨਸ ਹੋ ਜਾਣ ਜੀ, ਜੋੜੇ ਭਰਾ ਹੋ ਜਾਣ, ਇੱਕ ਮੋਟਾ ਹੈਗਾ ਡਾਇਬੀਟੀਜ਼ ਹੈਗੀ ਆ, ਦੂਜਾ ਪੂਰਾ ਫਿੱਟ ਆ, ਜਿਹੜਾ ਫਿੱਟ ਆ ਉਹਦੀ ਦੂਸਰੇ ਭਰਾ ਦੇ ਨਾਲੋਂ ਹਾਫ ਰਿਸਕ ਆ। that's how much of a difference that makes। ਤੇ ਇੱਥੇ ਫਿਰ ਕਿਹਦੀ ਰਿਸਪੌਂਸਿਬਿਲਿਟੀ ਹੈ ਵੀ ਜੇ ਉਹ ਹੀ ਮੰਨ ਲਓ ਨਾ ਵੇਚਣ ਜਾਂ ਘੱਟ ਮਿੱਠਾ ਪਾ ਕੇ ਵੇਚ ਦੇਣ, ਕੁਛ ਇਦਾਂ ਨਹੀਂ ਹੋ ਸਕਦਾ? ਭਾਈ ਟੈਕਨੀਕਸ ਚੇਂਜ ਹੋ ਸਕਦੀਆਂ ਨੇ, ਹੁਣ ਤੱਕ ਹੁੰਦੀਆਂ ਆਈਆਂ ਨੇ। ਹੁਣ ਜੇ ਆਪਣਾ ਪੁਰਾਣੇ ਟਾਈਮਾਂ ਦੀ ਗੱਲ ਕਰੀਏ, ਪਿੰਨੀਆਂ ਬਣਦੀਆਂ ਨੇ, ਹਾਲੇ ਵੀ ਬਣਦੀਆਂ ਘਰਾਂ 'ਚ, ਮੇਰੇ ਮੰਮੀ ਬਣਾਉਂਦੇ, ਉਹਦੇ 'ਚ ਮਿੱਠਾ ਘੱਟ ਪਾਇਆ ਗਿਆ, ਠੀਕ ਹੈ ਜੀ। ਸੋ ਉਹ ਆਪਣੀ ਚੀਜ਼ਾਂ ਨੂੰ ਡਿਫਾਈਨ ਕਰ ਸਕਦੇ ਨੇ, ਰਿਫਾਈਨ ਕਰ ਸਕਦੇ ਨੇ ਵੀ ਓਕੇ ਹੁਣ ਆ ਨਹੀਂ ਆ ਆ। ਆਪਾਂ ਕਾਰਪੋਰੇਸ਼ਨਸ ਦੀ ਗੱਲ ਕਰਦੇ ਹਾਂ, ਸੋਸ਼ਲ ਰਿਸਪੌਂਸਿਬਿਲਿਟੀ ਦੀ, ਉਹਨਾਂ ਨੇ ਤਾਂ ਬੜੀ ਘੈਂਟ ਬਣਾ ਕੇ ਰੱਖੀ ਹੋਈ ਆ। ਤੁਸੀਂ ਕਿਸੇ ਸਟੋਰ ਤੇ ਜਾ ਵੜੋ, ਉੱਥੇ ਲਿਖਿਆ ਹੁੰਦਾ ਵੀ $2 ਡੋਨੇਟ ਕਰਨੇ ਫਲਾਣੀ ਫਾਊਂਡੇਸ਼ਨ ਨੂੰ। ਹਾਂ ਬਿਲਕੁਲ, ਕਿ ਜਿਹੜੇ ਮਰਜ਼ੀ ਸਟੋਰ ਤੇ ਜਾ ਵੜੋ। ਹੁਣ ਬੰਦੇ ਤੋਂ ਪੈਸੇ ਵੀ ਲੈ ਲਏ, ਗਰੋਸਰੀ ਜਾਂ ਕਿਸੇ ਵੀ ਚੀਜ਼ ਦੇ $2 ਹੋਰ ਵੀ ਲੈ ਲਏ, ਉਹਨਾਂ ਨੇ ਤਾਂ ਸਰਕਾਰੀ ਤੌਰ ਤੇ ਸ਼ੋਅ ਕਰ ਦਿੱਤਾ, ਦੇਖੋ ਜੀ ਇਸ ਤਾਂ ਕਰ ਰਹੇ ਆ। ਸੋ ਉਹ ਤਾਂ ਸਾਡੀ ਇੱਕ ਨਿਗਲੈਕਸ਼ਨ ਹੈ ਕਿ ਜਿਹੜਾ ਅਸੀਂ ਨੋਟ ਨਹੀਂ ਕਰਦੇ ਕਿ ਐਕਚੁਅਲ ਚ ਪਿੱਛੇ ਕੀ ਹੁੰਦਾ ਇਹਨਾਂ ਚੀਜ਼ਾਂ ਦੇ। ਹੁਣ ਡਾਕਟਰ ਸਾਹਿਬ ਨੇ ਬੜੇ ਸਿੰਪਲੀਫਾਈ ਤਰੀਕੇ ਕਲੀਅਰ ਕੀਤਾ ਕਿ ਤੁਹਾਨੂੰ ਪੋਲੀਟੀਸ਼ੀਅਨਸ ਨਾਲ ਗੱਲ ਕਰਨੀ ਪੈਣੀ ਹੈ, ਲੋਕਾਂ ਨੂੰ ਉਹਨਾਂ ਨੂੰ ਦੱਸਣਾ ਪੈਣਾ, ਉਹਨਾਂ ਨੂੰ ਕਹਿਣਾ ਪੈਣਾ, ਕਿਉਂਕਿ ਇਹ ਚੀਜ਼ਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਰੋਕ ਲਾਈ ਜਾਵੇ। ਜੇ ਆਪਾਂ ਪੰਜਾਬੀ ਮਠਾਈਆਂ ਸ਼ਾਪਾਂ ਦੀ ਗੱਲ ਕਰੀਏ, ਦੁਕਾਨਾਂ ਦੀ ਗੱਲ ਕਰੀਏ, ਜ਼ਰੂਰੀ ਨਹੀਂ ਹੈਗਾ ਕਿ ਉਹ ਸਾਰਾ ਕੁਝ ਅਨਹੈਲਥੀ ਪ੍ਰੋਵਾਈਡ ਕਰ ਰਹੇ ਨੇ। ਸੋ ਲੈਟਸ ਸੇ ਜੇ ਉਹਨਾਂ ਕੋਲੇ 100% ਮਠਾਈਆਂ ਪਈਆਂ ਨੇ, ਉਹਦੇ ਵਿੱਚੋਂ 50% ਜਿਹੜੀਆਂ ਨੇ ਜ਼ਿਆਦਾ ਸ਼ੂਗਰ ਵਾਲੀਆਂ ਨੇ, ਉਹ ਉਹਨਾਂ ਦਾ ਸ਼ੂਗਰ ਲੈਵਲ ਘਟਾ ਵੀ ਸਕਦੇ ਨੇ, ਰਾਈਟ। ਸੋ ਉਹ ਜਿਹੜਾ ਆਪਣਾ ਹੈਲਥ ਆਫ ਕੈਨੇਡਾ ਜਾਂ ਆਪਣਾ ਸਾਡਾ ਫਰੇਜ਼ਰ ਹੈਲਥ ਆਉਂਦਾ ਆ, ਉਹਨਾਂ ਤੋਂ ਪੁੱਛ ਸਕਦੇ ਨੇ ਕਿਉਂਕਿ ਕਿੱਥੇ ਤੱਕ ਹਿੱਟ ਕਰਦਾ, ਕਿੰਨੀ ਕੁ ਪਰਸੈਂਟੇਜ ਸ਼ੂਗਰ ਦੀ ਚਾਹੀਦੀ ਹੈ, ਕਿੰਨੀ ਕਿ ਆਈ ਡੋਂਟ ਥਿੰਕ ਸੋ ਕਿ ਸਾਡੇ ਲੋਕੀ ਜਾਏ ਕਹਿਣਗੇ ਨਹੀਂ ਜੀ ਮੈਨੂੰ ਸ਼ੂਗਰ ਹੋਰ ਪਾ ਕੇ ਦਿਓ ਗੁਲਾਬ ਜਾਮਨ 'ਚ। ਉਹ ਤਾਂ ਜੋ ਤੁਸੀਂ ਮੂਹਰੇ ਰੱਖਤਾ ਲੋਕਾਂ ਨੇ ਲੈ ਲੈਣਾ। ਹੁਣ ਜੇ ਮੈਂ ਕਹੂੰਗਾ ਵੀ ਅਸੀਂ ਜ਼ਹਿਰ ਹੀ ਵੇਚਣਾ, ਲੋਕਾਂ ਨੇ ਤਾਂ ਉਹ ਵੀ ਲੈ ਲੈਣਾ ਕਿਉਂਕਿ ਮਿੱਠਾ ਹੈ ਨਾ। ਸੋ ਉਹ ਐਂਡ ਆਫ ਦਾ ਡੇ ਕਿ ਉਹ ਵਿੱਚ ਪਰਸੈਂਟੇਜ ਜਿਹੜੀ ਹੈਗੀ ਆ ਉਹ ਤਾਂ ਪੁੱਛ ਹੀ ਸਕਦੇ ਨੇ ਨਾ ਸਾਨੂੰ ਕਿੰਨੀ ਚਾਹੀਦੀ ਆ। ਹੁਣ ਬੰਦੇ ਨੂੰ ਰੋਜ਼ ਸ਼ੂਗਰ ਵੀ ਚਾਹੀਦੀ ਹੈ ਬਾਡੀ ਨੂੰ, ਜੇ ਆਪਾਂ ਦੇਖੀਏ ਇਹ ਤਾਂ ਹੈ ਨਹੀਂ ਕਿ ਆਪਾਂ ਸ਼ੂਗਰ ਤੋਂ ਬਿਨਾਂ ਸਰਵਾਈਵ ਕਰ ਸਕਦੇ ਹਾਂ, ਕੁਝ ਗ੍ਰਾਮ ਚਾਹੀਦੀ ਹੈ। ਪਰ ਐਂਡ ਆਫ ਦਾ ਡੇ ਕਿ ਇਹ ਤਾਂ ਨਹੀਂ ਹੈਗਾ ਕਿ ਕੋਈ ਬੰਦਾ ਘਰੇ ਰਸਗੁੱਲਿਆਂ ਦਾ ਡੱਬਾ ਲੈ ਗਿਆ ਤੇ ਉਹਨੇ 12 ਦੇ 12 ਇੱਕ ਵਾਰ 'ਚ ਹੀ ਖਾ ਲਏ। ਪਰ ਜੋ ਇੱਕ ਰਸਗੁੱਲਾ ਲੈਟਸ ਸੇ ਇੱਕ ਦਿਨ 'ਚ ਖਾ ਵੀ ਲਊਗਾ ਤਾਂ ਆਈ ਡੋਂਟ ਥਿੰਕ ਸੋ ਕਿ ਕੋਈ ਬਹੁਤ ਵੱਡਾ ਰਿਸਕ ਹੋਣਾ ਉਹਦੇ ਲਈ। ਪਰ ਯੈਸ ਹੁਣ ਉਹਦੇ ਵਿੱਚ ਕਿੰਨਾ ਕੁਛ ਇੱਕ ਰਸਗੁੱਲੇ ਦੇ ਮੈਟਰ ਉਹ ਕਰਦਾ ਜੀ। ਡਾਕਟਰ ਸਾਹਿਬ ਇੱਕ ਹੋਰ ਇਹ ਕੋਵਿਡ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਜ ਇਨਇਕੁਐਲਿਟੀਜ਼ ਦੀ ਗੱਲ ਕਰ ਰਹੇ ਹਾਂ, ਸੋਸ਼ਲ ਰਿਸਪੌਂਸਿਬਿਲਿਟੀ ਦੀ, ਇੱਕ ਮਾਪੇ ਜਿਹੜੇ ਆ ਉਹ ਪੜ੍ਹੇ ਲਿਖੇ ਐਜੂਕੇਟਡ ਆ ਜਾਂ ਉਹਨਾਂ ਨੇ ਡਾਕਟਰ ਟੀਚਰ ਕੋਈ ਵੀ ਹੈਗੇ ਆ, ਇੱਕ ਮਾਪੇ ਜਿਹੜੇ ਆ ਉਹ ਬਿਜ਼ਨਸ ਕਰਦੇ ਆ, ਉਹਨਾਂ ਦਾ ਪੜ੍ਹਾਈ ਦੇ ਨਾਲ ਇੰਨਾ ਜ਼ਿਆਦਾ ਵਾਹ ਵਾਸਤਾ ਨਹੀਂ ਆ। ਇੱਥੇ ਵੀ ਕਿਤੇ ਕੋਈ ਫਰਕ ਪੈਂਦਾ ਆ ਅਪਰੋਚ ਦੇ ਵਿੱਚ, ਜਾਂ ਜਿਹੜੇ ਸਕਿਲਡ ਵਰਕ ਜਿਹੜੇ ਐਜੂਕੇਟਡ ਮਾਪੇ ਆ ਉਹਨਾਂ ਦੇ ਬੱਚੇ ਜ਼ਿਆਦਾ ਕਿਸੇ ਸਕਿੱਲ ਵਾਲੇ ਜਾਂ ਇਦਾਂ ਦੇ ਕੰਮ 'ਚ ਜਾਂਦੇ ਆ ਜਾਂ ਉਹ ਯੂਨੀਵਰਸਿਟੀ ਜਾਂਦੇ ਆ? ਸੋ ਐਕਚੁਅਲੀ 3 ਗਰੁੱਪ ਹੈਗੇ ਆ, ਤੁਸੀਂ ਦੋਨੋਂ ਦੀ ਗੱਲ ਕੀਤੀ ਆ। ਅੱਛਾ ਜੀ। ਸੋ ਐਕਚੁਅਲੀ 3 ਗਰੁੱਪ ਹੈਗੇ ਆ। ਇੱਕ ਤਾਂ ਹੈਗੇ ਆ ਜਿਹੜੇ ਐਜੂਕੇਟਡ ਪ੍ਰੋਫੈਸ਼ਨਲ ਫੈਮਿਲੀਜ਼ ਹੈਗੀਆਂ ਜੀ। ਸੈਕੰਡ ਹੈਗੇ ਆ ਜਿਹੜੇ ਕਿ ਬਿਜ਼ਨਸ ਮਾਈਂਡਡ ਸਕਸੈਸਫੁਲ ਫੈਮਿਲੀਜ਼, ਉਹ ਵੀ ਆ ਜੀ ਬਿਲਕੁਲ। ਤੀਸਰੇ ਹੈਗੇ ਆ ਜਿਹੜੇ ਕਿ ਰੈਗੂਲਰ ਆਮ ਲੇਬਰ ਕੰਮ ਕਰ ਰਹੇ। ਓਕੇ, ਰਾਈਟ। ਐਂਡ ਕਈ ਉਹਨਾਂ 'ਚ ਵੀ ਐਜੂਕੇਟਡ ਹੈਗੇ ਆ, ਪਰ ਕਈਆਂ ਦੀ ਐਜੂਕੇਸ਼ਨ ਲੈਵਲ ਨਹੀਂ ਹੈਗਾ, ਓਪਰਚੁਨਿਟੀ ਨਹੀਂ ਮਿਲੀ ਹੈਗੀ, ਤਾਂ ਉੱਥੇ ਹੈਗਾ। ਸੋ ਇਹਨਾਂ ਤਿੰਨਾਂ ਗਰੁੱਪਸ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਫੈਮਿਲੀਜ਼ ਹੈਗੀ ਆ, ਉਹਨਾਂ ਦੇ ਤੁਸੀਂ ਆਮ ਦੇਖੋਗੇ, ਇਹ ਨਹੀਂ ਕਹਿ ਸਕਦੇ 100%, ਪਰ ਮੈਜੋਰਿਟੀ ਬੱਚੇ ਉਹਨਾਂ ਦੇ ਪੜ੍ਹਨਗੇ,
ਉਹ ਵੀ ਪ੍ਰੋਫੈਸ਼ਨਲ ਬਣਨਗੇ। ਉਹਨਾਂ ਦਾ ਐਟੀਟਿਊਡ ਜੀਣ ਦਾ ਥੋੜਾ ਡਿਫਰੈਂਟ ਹੈਗਾ, ਰਾਈਟ, ਐਂਡ ਇਟਸ ਅ ਲਿਟਲ ਬਿਟ ਮੋਰ ਨਾਰਮਲ ਲੈਵਲ ਤੇ ਰੱਖਣ ਲਈ, ਐਂਡ ਉਹਨੀ ਸੋਸ਼ਲ ਰਿਸਪੌਂਸਿਬਿਲਿਟੀ ਥੋੜੀ ਦੇਖਣੀ ਹੈਗੀ ਆ। ਜਿਹੜੇ ਤਾਂ ਆਪਣੇ ਸਕਸੈਸਫੁਲ ਬਿਜ਼ਨਸ ਲੋਕੀ ਹੈਗੇ ਆ, ਉਹਨਾਂ ਦੀ ਥੋੜੀ ਜਿਹੀ ਚੜ੍ਹਤ ਹੁੰਦੀ ਆ ਐਂਡ ਰੋਬ ਵਾਲੇ ਹੈਗੇ ਆ, ਉਹਨੇ ਕਹਿਣਾ ਕਿ ਅਸੀਂ ਸਿਰਫ ਟੌਪ ਤੇ ਜਾਣਾ, ਕੰਪੀਟੀਸ਼ਨ ਪੂਰਾ ਰੱਖਣਾ ਹੈਗਾ। ਮੋਸਟ ਜਿਹੜੇ ਆਪਣੇ ਇਸ਼ੂਜ਼ ਬਣਦੇ ਹੈਗੇ ਆ, ਇਹ ਉਹਨਾਂ ਫੈਮਲੀਆਂ ਚੋਂ ਆਉਂਦੇ ਹੈਗੇ ਆ। ਥੋੜੇ ਸੋਚਦੇ ਹੈਗੇ ਆ ਕਿ ਪ੍ਰੋਫੈਸ਼ਨ ਚਾਹੀਦਾ, ਥੋੜੇ ਸੋਚਦੇ ਹੈਗੇ ਆ ਕਿ ਸੋਸ਼ਲ ਰਿਸਪੌਂਸਿਬਿਲਿਟੀ ਚਾਹੀਦੀ। ਉਹ ਇਹੀ ਸੋਚਦੇ ਹੈਗੇ ਆ ਕਿ ਅਸੀਂ ਸਾਰਾ ਇਕੱਠਾ ਕਰਕੇ ਸਾਡੀ ਬਿਜ਼ਨਸ 'ਚ ਆਈ ਜਾਵੇ, ਬਾਕੀ ਜਾਣ, ਇਹ ਹੋਰ ਵਧੀ ਜਾਵੇ, ਅਸੀਂ ਵਧਣਾ ਆ, ਬਾਕੀਆਂ ਦਾ ਘਟਾ ਹੋਈ ਜਾਵੇ। ਜਿਹੜੇ ਥਰਡ ਗਰੁੱਪ ਹੈਗਾ, ਉਹਨਾਂ ਦੇ ਵਿੱਚ ਅਨਫੋਰਚੂਨਟਲੀ ਸੋਸ਼ਲ ਸਰਕਮਸਟੈਂਸ ਜਿਹੜੇ ਹੁੰਦੇ ਆ, ਉਹ ਕਈ ਵਾਰੀ ਅੱਗੇ ਸੋਚ ਹੀ ਨਹੀਂ ਸਕਦੇ। ਉਹਨਾਂ ਨੂੰ ਸਿਰਫ ਇਹੀ ਦੱਸਦਾ ਕਿ ਅੱਜ ਮੈਂ ਰੋਟੀ ਕਿੱਥੋਂ ਕਮਾਉਣੀ ਆ, ਮੈਂ ਅੱਜ ਇਸ ਮਹੀਨੇ ਦਾ ਰੈਂਟ ਕਿੱਥੋਂ ਦੇਣਾ। ਉਹ ਇਹ ਬਹੁਤ ਦੂਰ ਤੱਕ ਸੋਚ ਹੀ ਨਹੀਂ ਸਕਦੇ, ਕਰਕੇ ਉਹਨੇ ਪਹੁੰਚ ਹੀ ਨਹੀਂ ਹੈ ਨਹੀਂਗੇ। ਉਹਨਾਂ ਦੇ ਬੱਚੇ ਵੀ ਫਿਰ ਯੂਜੂਅਲੀ ਗ੍ਰੇਡ 12 ਫਿਨਿਸ਼ ਕਰਕੇ ਉਹਨੇ ਵੀ ਕੰਮ ਤੇ ਲੱਗ ਜਾਣਾ ਹੈਗਾ। ਉਹ ਸੇਮ ਸਰਕਲ ਚੱਲੀ ਜਾਣਾ, ਸੇਮ ਜਿਹੜੇ ਓਪਰਚੁਨਿਟੀਜ਼ ਹੈਗੇ ਉਹ ਵੀ ਉੱਥੇ ਹੀ ਸਟਕ ਰਹਿਣੇ ਹੈਗੇ ਆ। ਜੇ ਆਪਾਂ ਬਾਕੀ ਸੁਸਾਇਟੀ ਥੋੜ੍ਹੇ ਜਿਹੇ ਸੋਚੀਏ ਕਿ ਜਿਹੜੇ ਉਹ ਫੈਮਲੀਆਂ ਹੈਗੀਆਂ ਜਿਹਨਾਂ ਨੂੰ ਓਪਰਚੁਨਿਟੀ ਅੱਗੇ ਨਹੀਂ ਮਿਲੀਆਂ ਹੈਗੀਆਂ, ਉਹਨੂੰ ਕਿਸ ਹਿਸਾਬ ਦੇ ਨਾਲ ਆਪਾਂ ਕੋਚ ਕਰਕੇ ਟੀਚਿੰਗ ਦੇ ਕੇ ਉਹਨਾਂ ਨੂੰ ਵੀ ਥੋੜ੍ਹਾ ਲਿਫਟ ਕਰ ਦਈਏ, ਬੱਚਿਆਂ ਨੂੰ ਐਟਲੀਸਟ ਆਪਸ਼ਨ ਤਾਂ ਦੇਈਏ। ਹਾਂ, ਰਾਈਟ। ਐਂਡ ਹੁਣ ਜਿਹੜੀ ਸਕੈਂਡੀਨੇਵੀਅਨ ਕੰਟਰੀਜ਼ ਆ, ਜੀ, ਉਹ ਵੀ ਵੈਸਟਰਨ ਕੰਟਰੀਜ਼ ਆ, ਪਰ ਥੋੜੇ ਉਹਨੇ ਕੀ ਕੀਤਾ ਹੈਗਾ, ਉਹਨੇ ਕੈਪੀਟਲਿਜ਼ਮ ਲਾਇਆ ਕਿ ਤਾਂ ਸੋਸ਼ਲਿਜ਼ਮ ਮੈਚ ਕਰ ਦਿੱਤੇ ਹੈਗੇ, ਵਿੱਚ ਵਿਚਾਲੇ ਕਰਤੇ ਕਿ ਸੋਸ਼ਲ ਰਿਸਪੌਂਸਿਬਿਲਿਟੀ ਵੀ ਰੱਖਣੀ ਹੈ ਤੇ ਓਪਰਚੁਨਿਟੀ ਵੀ ਰੱਖਣੀ ਹੈ ਕਿ ਕੈਪੀਟਲਿਸਟ ਲੋਕਾਂ ਲਈ ਕਿ ਬਿਜ਼ਨਸ ਵਧੇ ਵੀ। ਉੱਥੇ ਯੂਨੀਵਰਸਿਟੀ ਭਾਵੇਂ ਚਾਹੇ ਤੁਸੀਂ 1 ਡਿਗਰੀ 2 ਡਿਗਰੀ 3 ਡਿਗਰੀ 4 ਡਿਗਰੀ ਕਰਨੀ ਆ, ਸਾਰੇ ਫ੍ਰੀ ਆ ਸ਼ੁਰੂ ਤੋਂ, ਰਾਈਟ। ਸੋ ਬੱਚਿਆਂ ਨੂੰ ਹਰੇਕ ਨੂੰ ਓਪਰਚੁਨਿਟੀ ਮਿਲਦੀ ਆ। ਐਂਡ ਪਲੱਸ ਉਹ ਜਦੋਂ ਬੱਚਾ ਜੰਮਦਾ ਆ, ਉਦੋਂ ਤੋਂ ਮਿਨੀਮਮ ਇਨਕਮ ਉਹਨਾਂ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਹੋਣ ਲੱਗ ਪੈਂਦੀ ਆ। ਜੋ ਵੀ ਉਹਨਾਂ ਦੇ ਬੱਚੇ ਦੇ ਖਰਚੇ ਹੈਗੇ ਆ, ਉਹਦੇ ਵਿੱਚੋਂ ਜਾ ਸਕਦੇ। ਸੋ ਇਹ ਵੀ ਸਪੋਰਟ ਹੈਗੀ ਆ। ਇਹ ਨਹੀਂ ਮਾਂ ਪਿਓ ਨੂੰ ਸੋਚਣਾ ਪੈਂਦਾ ਹੈਗਾ ਕਿ ਹੁਣ ਸਾਡੇ 2-3 ਬੱਚੇ ਹੈਗੇ ਆ, ਇਹਨੂੰ ਪੜ੍ਹਾ ਦਿੰਦੇ ਤਾਂ ਇਹ 2 ਪੜ੍ਹਾ ਹੀ ਨਹੀਂ ਸਕਦੇ ਹੈਗੇ, ਕਿ ਫਰੀडम ਹੈਗੀ ਹੈ ਸਾਰਿਆਂ ਦੀ, ਰਾਈਟ। ਐਂਡ ਜਿਹੜੀ ਉਹ ਬੱਚੇ ਫਿਰ ਉਹਨਾਂ ਨੂੰ ਉਹ ਸਕੂਲਿੰਗ ਥੋੜ੍ਹੀ ਬਾਅਦ 'ਚ 6 ਸਾਲ ਤੋਂ ਸ਼ੁਰੂ ਕਰਦੇ ਆ, ਆਪਾਂ ਇੱਥੇ 4 ਸਾਲਾਂ 'ਤੇ ਕਰ ਦਿੰਦੇ ਆ। ਸੋ ਚਾਹੁੰਦੇ ਕਿ ਬੱਚੇ ਨੂੰ ਥੋੜ੍ਹਾ ਪਾਲ ਕੇ ਫਿਰ ਸਕੂਲੇ ਭੇਜੀਏ, ਇਹ ਨਾ ਕਿ ਰਾਈਟ ਵੇ ਕੰਪੀਟੀਸ਼ਨ 'ਚ ਬਾੜ ਦੇਈਏ 4 ਸਾਲਾਂ ਤੱਕ ਗ੍ਰੇਡ ਤੇਰੇ ਇੰਨੇ ਚਾਹੀਦੇ ਆ। ਜਿਹੜੀ ਇਹ ਕੰਪੀਟੀਸ਼ਨ ਹੈਗੀ ਆ, ਉਹ ਸਟ੍ਰੈਸ ਦੇ ਕੇ ਤਾਂ ਬੰਦੇ ਨੂੰ ਕਈ ਵਾਰੀ ਢਾਹ ਵੀ ਲੈਂਦੀ ਹੈ। ਜੇ ਆਪਾਂ ਹੌਲੀ ਹੌਲੀ ਪਰਵਰਿਸ਼ ਕਰਕੇ ਬੱਚੇ ਨੂੰ ਪਾਲਦੇ ਹੈਗੇ ਆ, ਉਹਦੇ ਵਿੱਚ ਫਿਰ ਬੱਚਾ ਪ੍ਰੋਪਰ ਜਿੰਨੀ ਵੀ ਮਿਹਨਤ ਕਰ ਸਕਦਾ ਉਹ ਕਰ ਸਕਦਾ, ਰਾਈਟ। ਐਂਡ ਜੇ ਆਪਾਂ ਸਟ੍ਰੈਸ ਦੇ ਹੀ ਜਾਂਦੇ ਆਲ ਦ ਟਾਈਮ, ਉਹਦੇ ਵਿੱਚ ਵੀ ਬੱਚਾ ਫਿਰ ਪਿੱਛੇ ਵੀ ਰਹਿ ਜਾਂਦਾ। ਮੈਂ ਆਪ ਦੇਖਿਆ ਕਿ ਮੇਰੇ ਨਾਲ ਦੇ ਜਿਹੜੇ ਕਈ ਸਟੂਡੈਂਟ ਸੀਗੇ, ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਸਟ੍ਰੈਸ ਦੇ ਵਿੱਚ ਆ ਕੇ ਕਈ ਵਾਰੀ ਬੰਦਾ ਗਲਤ ਕੰਮ ਕਰ ਲੈਂਦਾ। ਕਈਆਂ ਨੇ ਸੁਸਾਈਡ ਕੀਤੀ ਹੈਗੀ ਕਿ ਪਿੱਛੋਂ ਮਾਂ ਪਿਓ ਦੇ ਇਹ ਸੀ ਕਿ A+ ਤੋਂ ਜੇ ਘੱਟ ਦੇ ਆਉਂਦੇ ਤਾਂ ਦੇਖ ਲਈ ਸਾਡਾ ਇੰਨਾ ਪੈਸਾ ਤੇਰੇ 'ਤੇ ਖਰਚ ਹੋਇਆ। ਸੋ ਜਿਹੜੀ ਇਹ ਸਟ੍ਰੈਸ ਹੈ, ਵੀ ਨੀਡ ਟੂ ਕੱਟ ਦੈਟ ਬੈਕ। ਉਹਦੇ ਨਾਲ ਫਿਰ ਆਪਾਂ ਸੁਸਾਇਟੀ ਨੂੰ ਸਾਰੀ ਨੂੰ ਲਿਫਟ ਕਰ ਸਕਦੇ ਹਾਂ। ਸੋ ਇੱਕ ਤਾਂ ਸਕੂਲਸ ਆਪਾਂ ਨੂੰ ਚਾਹੀਦੇ ਹੈਗੇ ਆ, ਐਜੂਕੇਸ਼ਨ ਫ੍ਰੀ ਚਾਹੀਦੀ ਆ। ਜਿਹੜੇ ਹੁਣ ਆਪਾਂ ਕੋਵਿਡ ਦੇ ਵਿੱਚ ਟ੍ਰੀਟਮੈਂਟ ਹੀ ਕਰਨਾ ਹੈਗਾ, ਰਾਈਟ, ਹੈਲਥ ਕੇਅਰ ਸਾਰੀ ਫ੍ਰੀ ਹੋਣੀ ਚਾਹੀਦੀ ਆ। ਇਹ ਨਹੀਂ ਹੋਣਾ ਚਾਹੀਦਾ ਕਿ ਜੇ ਤੁਸੀਂ ਮੇਰੇ ਕੋਲ ਆਏ ਆ, ਤੁਹਾਡੇ ਨਮੋਨੀਆ ਹੋਇਆ, ਮੈਂ ਮਿੱਥ ਦਵਾਈ ਲੈਣੀ ਆ ਤੇ ਮੈਂ ਦਵਾਈ ਸੋਚ ਕੇ ਲਿਖਾਂ ਕਿ ਅੱਜ ਜਿਸ ਕਾਰਨ ਭਾਜੀ ਹੁਣੀ ਆਏ ਹੈਗੇ ਆ, ਇਹ ਤਾਂ ਅਫੋਰਡ ਕਰ ਸਕਦੇ ਆ, ਇਹਨਾਂ ਨੂੰ ਮਹਿੰਗੀ ਲਿਖ ਦੇਣਾ। ਨੈਕਸਟ ਦਿਨ ਹੋਰ ਕੋਈ ਬੰਦਾ ਆਉਂਦਾ, ਉਹ ਯਾਰ ਤੂੰ ਤਾਂ ਆਮ ਮੈਨੂਅਲ ਲੇਬਰ ਵਾਲਾ ਹੈਗਾ, ਤੁਹਾਨੂੰ $20 ਵਾਲੀ ਲਿਖ ਦਿੰਦੇ ਆ। ਇਫੈਕਟਿਵਨੈਸ ਦਿਖਣੀ ਚਾਹੀਦੀ ਆ, ਨਾ ਕਿ ਅਫੋਰਡੇਬਿਲਿਟੀ ਕੀ ਹੈ, ਰਾਈਟ। ਸੋ ਕੋਵਿਡ ਦੇ ਵਿੱਚ ਇਹ ਪ੍ਰੋਬਲਮ ਬਹੁਤ ਆਈ ਹੈਗੀ ਕਿ ਜਿਹਨਾਂ ਲੋਕਾਂ ਨੂੰ ਜਦੋਂ ਹਸਪੀਟਲ ਜਾਣਾ ਪਿਆ ਹੈਗਾ, ਉੱਥੇ ਐਕਸੈਸ ਦੀ ਇਸ਼ੂ ਬਣਦੀ ਆ। ਕੈਨੇਡਾ 'ਚ ਫਿਰ ਵੀ ਆਪਣਾ ਪਬਲਿਕ ਸਿਸਟਮ ਹੈਗਾ ਕਰਕੇ ਆਪਣੇ ਬਚਾਅ ਆ। US ਤੇ ਬਹੁਤ ਇੱਦਾਂ ਮੌਤਾਂ ਹੋਈਆਂ ਕਿ ਕਈ ਲੋਕੀ ਅਫੋਰਡ ਹੀ ਨਹੀਂ ਸੀ ਕਰ ਸਕਦੇ ਕਿ ਹਸਪੀਟਲ ਜਾਣਾ, ਘਰੇ ਮੌਤਾਂ ਹੋਈਆਂ ਉਹਨਾਂ ਦੀਆਂ। ਜੀ ਡਾਕਟਰ ਬਲਦੇਵ ਸਿੰਘ ਗੇੜਾ, ਹਰਦੀਪ ਸੋਤਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਮਾਂ ਕੱਢਿਆ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਹੀ ਜਿਹੜਾ ਯੂਨੀਕ ਜਿਹਾ ਇਸ਼ੂਜ਼ ਉੱਤੇ ਸਾਨੂੰ ਜਾਣਕਾਰੀ ਦਿੱਤੀ। ਥੈਂਕ ਯੂ ਵੈਰੀ ਮਚ। ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਇਸ ਵਿਸ਼ੇ ਦੇ ਉੱਤੇ, ਬਿਲਕੁਲ ਹੀ ਵੱਖਰਾ ਵਿਸ਼ਾ
ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਵਿਸ਼ਾ ਆ ਇਹ ਕਿ ਜੇ ਤੁਸੀਂ ਅੱਗੇ ਵਧਣਾ ਤੇ ਸਾਰੇ ਅੱਗੇ ਵਧੋਗੇ, ਸਾਰੀ ਸੁਸਾਇਟੀ ਅੱਗੇ ਉੱਪਰ ਜਾਊਗੀ, ਤਾਂ ਹੀ ਉਹਦੇ ਵਿੱਚ ਸਰਬੱਤ ਦਾ ਭਲਾ ਆ। ਕੱਲਾ ਅੱਗੇ ਵੱਧ ਕੇ, ਹਾਲਾਂਕਿ ਇਹ ਥੋੜ੍ਹਾ ਜਿਹਾ ਫਿਲਾਸਫੀਕਲ ਜੀ ਗੱਲ ਆ, ਪਰ ਇਹ ਗੱਲ ਬਿਲਕੁਲ ਠੀਕ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਿਰਫ ਮੈਂ ਹੀ ਅੱਗੇ ਜਾਣਾ ਤਾਂ ਉਹਦੇ ਵਿੱਚ ਫਿਰ ਖੁਸ਼ੀ ਜਾਂ ਭਲਾ ਨਹੀਂ ਹੋ ਸਕਦਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ, ਕੁਝ ਨਵੀਆਂ ਸ਼ਖਸੀਅਤਾਂ ਦੇ ਨਾਲ। ਅਲਵਿਦਾ ਦੋਸਤੋ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।